ਸਤਨਾਮ ਵਾਹਿਗੁਰੂ ਸਾਹਿਬ ਜੀਓ। ਨਰ ਚਾਹਤ ਕਛ ਔਰੈ ਕੀ ਔਰੈ ਭਈ। ਚਿਤਵਤ ਰਹਿਓ ਠਗੌਰ, ਨਾਨਕ ਫਾਂਸੀ ਗਲ ਪਰੀ। ਨਰ ਚਾਹਤ ਕਛ ਔਰੈ ਕੀ ਔਰੈ ਭਈ। ਚਿਤਵਤ ਰਹਿਓ ਠਗੌਰ, ਨਾਨਕ ਫਾਂਸੀ ਗਲ ਪਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ਼ ਸਤਿਗੁਰੂ, ਦੀਨ ਦੁਨੀਆ ਦੇ ਮਾਲਕ, ਸਰਬ ਕਲਾ ਸਮਰੱਥ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅੰਮ੍ਰਿਤ ਵੇਲੇ ਦੀਵਾਨ ਵਿੱਚ ਹਾਜ਼ਰੀ ਭਰ ਕੇ ਆਪ ਜੀ ਜੀਵਨ ਸਫਲ ਕਰ ਰਹੇ ਹੋ। ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਵਚਨ ਅੱਜ ਦਾ ਜੋ ਸ਼ਲੋਕ ਸਰਵਨ ਕੀਤਾ ਹੈ, ਇਸ ਦੇ ਅੱਖਰੀ ਭਾਵ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਕਿ ਮਨੁੱਖ ਦੀ ਇੱਕ ਆਦਤ ਹੈ ਕੁਝ ਨਾ ਕੁਝ ਚਿਤਵਦੇ ਰਹਿਣਾ, ਕੁਝ ਨਾ ਕੁਝ ਘੜਦੇ ਰਹਿਣਾ, ਕੋਈ ਖਿਆਲਾਂ ਦੇ ਵਿੱਚ ਕਿਲੇ ਬਣਾਉਂਦੇ ਰਹਿਣਾ, ਢਾਉਂਦੇ ਰਹਿਣਾ। ਤ੍ਰਿਸ਼ਨਾ ਅਧੀਨ ਬੰਦਾ ਕਈ ਕੁਝ ਚਾਹੁੰਦਾ ਹੈ, ਚਾਹਤ ਬੜੀ ਲੰਬੀ ਉਸਦੀ, ਤ੍ਰਿਸ਼ਨਾ ਬੜੀ ਵੱਡੀ ਹੈ। ਤੇ ਕੁਦਰਤ ਦਾ ਨਿਯਮ ਹੈ, ਇਸ ਬ੍ਰਹਿਮੰਡ ਵਿੱਚ ਜੋ ਕੁਝ ਅਸੀਂ ਚਾਹੁੰਦੇ ਹਾਂ ਉਸ ਤਰ੍ਹਾਂ ਨਹੀਂ ਵਾਪਰਦਾ। ਜੋ ਕੁਝ ਅਸੀਂ ਚਾਹੁੰਦੇ ਹਾਂ ਉਸ ਤਰ੍ਹਾਂ ਨਹੀਂ ਹੁੰਦਾ, ਕਿਤੇ ਕਿਤੇ ਹੁੰਦਾ ਹੈ, ਸਾਰਾ ਨਹੀਂ ਹੋ ਸਕਦਾ। ਤੇ ਜਦੋਂ ਜੋ ਅਸੀਂ ਸੋਚਿਆ ਹੈ, ਜੋ ਚਿਤਵਿਆ ਹੈ, ਜੋ ਫਿਕਸ ਕੀਤਾ ਗਿਆ ਮਨ ਵਿੱਚ, ਉਹ ਚਾਹਤ ਪੂਰੀ ਨਹੀਂ ਹੁੰਦੀ, ਹੋਰ ਕੁਝ ਹੋ ਜਾਂਦਾ ਹੈ। ਤੇ ਉਦੋਂ ਜੀਵਨ ਵਿੱਚ ਇੱਕ ਫਾਂਸੀ ਬੰਦੇ ਦੇ ਗਲ ਵਿੱਚ ਪੈ ਜਾਂਦੀ ਹੈ। ਆਮ ਤੌਰ 'ਤੇ ਇਸ ਸ਼ਲੋਕ ਨੂੰ ਇਸ ਦਸ਼ਾ ਵਿੱਚ ਵਰਤਿਆ ਜਾਂਦਾ ਹੈ ਕਿ ਮੌਤ, ਬੰਦਾ ਚਾਹੁੰਦਾ ਕੁਝ ਉਹ ਪੂਰਾ ਹੁੰਦਾ ਨਹੀਂ, ਮੌਤ ਆ ਜਾਂਦੀ। ਪਰ ਨਾਨਕ ਫਾਂਸੀ ਗਲ ਪਰੀ, ਇਹਦੇ ਅੰਦਰ ਜਿਉਂਦੇ ਬੰਦੇ ਦੇ ਗਲ ਵਿੱਚ ਪਈ ਹੋਈ ਫਾਹੀ ਦਾ ਜ਼ਿਕਰ ਹੈ, ਜਿਹੜੀ ਸਾਰੇ ਸੰਸਾਰ ਦੇ ਗਲ ਵਿੱਚ ਪੈ ਗਈ। ਉਹ ਕਿਹੜੀ ਫਾਹੀ ਹੈ? ਮੌਤ ਦੀ ਨਹੀਂ। ਮੌਤ ਦੀ ਫਾਹੀ ਤੇ ਸਮੇਂ ਤੇ ਪਏਗੀ, ਪਰ ਜਿਸ ਬੰਦੇ ਦੀ, ਜਿਸ ਸ਼ਖਸ ਦੀ ਚਾਹਤ, ਜਿਹਦੀ ਤ੍ਰਿਸ਼ਨਾ, ਜੋ ਕੁਝ ਅਸੀਂ ਸੋਚਦੇ ਹਾਂ, ਜੋ ਕੁਝ ਅਸੀਂ ਚਾਹੁੰਦੇ ਹਾਂ, ਉਸ ਤਰ੍ਹਾਂ ਤੇ ਵਾਪਰੇਗਾ ਨਹੀਂ, ਬਿਲਕੁਲ ਨਹੀਂ ਹੋਏਗਾ। ਕਿਉਂਕਿ ਕੁਦਰਤ ਬਹੁਤ ਵੱਡੀ ਹੈ, ਕੁਦਰਤ ਦਾ ਨਿਯਮ ਬਹੁਤ ਵੱਡਾ ਹੈ। ਮਨ ਦੀ ਮਰਜ਼ੀ ਹੋਰ ਕੁਝ ਚਾਹੁੰਦੀ ਹੈ, ਕੁਦਰਤ ਹੋਰ ਕੁਝ ਕਰਨਾ ਚਾਹੁੰਦੀ ਹੈ। ਦੋਵਾਂ ਦਾ ਜਦੋਂ ਜੋੜ ਨਹੀਂ ਬਣਦਾ, ਤਾਂ ਜਦੋਂ ਅਸੀਂ ਜੋ ਕੁਝ ਚਿਤਵਦੇ ਰਹਿੰਦੇ ਹਾਂ, ਜੋ ਕੁਝ ਸੋਚਦੇ ਰਹਿੰਦੇ ਹਾਂ, ਜ਼ਿੰਦਗੀ ਦੇ ਅੰਦਰ ਉਸ ਤਰ੍ਹਾਂ ਨਹੀਂ ਹੁੰਦਾ। ਤੇ ਸੁਰਤ ਵਿੱਚ ਬੰਦੇ ਦੇ ਅੰਤਿਸ਼ਕਰਨ ਵਿੱਚ ਇੱਕ ਬੜਾ ਵੱਡਾ ਐਕਸੀਡੈਂਟ ਹੁੰਦਾ ਹੈ, ਟਕਰਾਅ ਹੋ ਜਾਂਦਾ ਹੈ। ਜੋ ਸੋਚਿਆ ਸੀ ਉਹ ਹੋਇਆ ਨਹੀਂ ਉਸ ਤਰ੍ਹਾਂ। ਉਸ ਟਕਰਾਅ ਦੇ ਵਿੱਚ ਜਿਹੜਾ ਦੁੱਖ ਪੈਦਾ ਹੁੰਦਾ ਹੈ, ਉਸ ਵਰਗਾ ਹੋਰ ਕੋਈ ਦੁੱਖ ਨਹੀਂ ਸੰਸਾਰ ਵਿੱਚ। ਬੰਦਾ ਕੁਝ ਚਾਹੁੰਦਾ ਉਸ ਤਰ੍ਹਾਂ ਹੁੰਦਾ ਨਹੀਂ। ਬਸ ਦੁੱਖ ਤਾਂ ਬੜੀ ਤਰ੍ਹਾਂ ਦੇ, ਪਰ ਗੁਰੂ ਤੇਗ ਬਹਾਦਰ ਸਾਹਿਬ ਨੇ ਇੱਕ ਮਨੋਵਿਗਿਆਨ ਇਸ ਸ਼ਲੋਕ ਵਿੱਚ ਕਿਹਾ,
ਸੰਸਾਰ ਵਿੱਚ ਦੁੱਖ ਕਈ ਤਰ੍ਹਾਂ ਦੇ ਨੇ। ਸਰੀਰਕ ਦੁੱਖ ਹਨ, ਮਾਇਕ ਦੁੱਖ ਹਨ, ਇੱਜ਼ਤ ਬੇਇੱਜ਼ਤੀ ਦਾ ਸਵਾਲ ਹੈ, ਕਈ ਪ੍ਰਕਾਰ ਦੇ ਨੇ। ਪਰ ਜੇ ਕਹੀਏ ਕਿ ਸਾਰੇ ਦੁੱਖਾਂ ਨੂੰ ਇੱਕ ਪਾਸੇ ਤੱਕੜੀ ਤੇ ਰੱਖੀਏ, ਜ਼ਿੰਦਗੀ ਦੇ ਜਿੰਨੇ ਦੁੱਖ ਨੇ, ਤੇ ਇੱਕ ਪਾਸੇ ਇਸ ਦੁੱਖ ਨੂੰ ਰੱਖ ਲਈਏ ਕਿ ਜੋ ਕੁਝ ਮੈਂ ਸੋਚਿਆ ਸੀ ਉਸ ਤਰ੍ਹਾਂ ਹੋਇਆ ਨਹੀਂ, ਮਨ ਸਹਿਮਤ ਨਹੀਂ ਉਹਦੇ ਨਾਲ, ਇਸ ਦੁੱਖ ਨੂੰ ਇੱਕ ਪਾਸੇ ਰੱਖੀਏ ਤੇ ਦੁੱਖ ਸਭ ਤੋਂ ਵੱਡਾ ਹੈ। ਅਸਲ ਵਿੱਚ ਦੁੱਖ ਹੈ ਹੀ ਇਹ, ਜੋ ਕੁਝ ਅਸੀਂ ਚਾਹੁੰਦੇ ਹਾਂ ਉਸ ਤਰ੍ਹਾਂ ਨਹੀਂ ਹੁੰਦਾ। ਇਹ ਚਾਹਤ, ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ, ਨਰ ਚਾਹਤ ਕਛ ਔਰ। ਬੰਦੇ ਦੀ ਚਾਹਤ ਕੁਝ ਹੋਰ ਹੁੰਦੀ ਏ। ਔਰ ਹੈ ਕਿ ਔਰ ਹੈ ਭਾਈ, ਤੇ ਜ਼ਰੂਰੀ ਨਹੀਂ ਉਸ ਤਰ੍ਹਾਂ ਹੋਵੇ, ਹੋਰ ਦਾ ਹੋਰ ਹੀ ਹੋਵੇਗਾ। ਸਾਡੀ ਜ਼ਿੰਦਗੀ ਦਾ ਤਜਰਬਾ ਵੀ ਹੈ, ਜੋ ਕੁਝ ਅਸੀਂ ਸੋਚਿਆ ਸੀ ਉਸ ਤਰ੍ਹਾਂ ਨਹੀਂ ਹੁੰਦਾ। ਇਹਦੇ ਵਿੱਚ ਮੈਂ ਇੱਕ ਬੇਨਤੀ ਕਰਾਂ, ਸਤਿਗੁਰੂ ਨੇ ਸ਼ਬਦ ਵਰਤਿਆ ਰਜਾ। ਕਹਿੰਦੇ ਰਜਾ ਵਿੱਚ ਰਹਿਣ ਦੀ ਜਾਚ ਸਿੱਖ ਲੈ। ਰਜਾ ਵਿੱਚ ਕਿਵੇਂ ਰਹਿਣਾ ਹੈ? ਰਜਾ ਦੇ ਅਰਥ ਨੇ ਜੋ ਕੁਝ ਵਾਪਰ ਰਿਹਾ ਉਹਨੂੰ ਪ੍ਰਵਾਨ ਕਰ। ਹੁਣ ਬੰਦੇ ਨੇ ਕਰਨਾ ਤੇ ਹੈ ਕੁਝ ਸੰਸਾਰ ਵਿੱਚ, ਕੁਝ ਨਾ ਕੁਝ ਤੇ ਉਦਮ ਕਰੇਗਾ ਉਪਰਾਲਾ। ਕੀ ਪਤਾ ਕੀ ਹੋਣਾ ਹੈ, ਉਹ ਉਸ ਤਰ੍ਹਾਂ ਕਰੀਏ ਕਿ ਨਾ ਕਰੀਏ। ਉਦਮ ਕਰਦਾ ਹੈ ਆਦਮੀ, ਆਰੰਭਤਾ ਕਰਦਾ ਹੈ। ਹੁਣ ਇਹ ਪਤਾ ਕਿਵੇਂ ਲੱਗੇ ਵੀ ਹੋਣਾ ਕਿ ਨਹੀਂ? ਆਦਮੀ ਉਹ ਹੀ ਕਰੇ ਜੋ ਕੁਝ ਹੋਣ ਵਾਲਾ ਹੈ, ਇਹ ਨਹੀਂ ਹੋ ਸਕਦਾ। ਫਿਰ ਇੱਕ ਤਰੀਕਾ ਸਤਿਗੁਰੂ ਨੇ ਦੱਸਿਆ, ਕਹਿੰਦੇ ਤੂੰ ਆਪਣੇ ਵੱਲੋਂ ਤੇ ਕਰ ਜ਼ਰੂਰ, ਪਰ ਉਹਦਾ ਫਲ, ਉਹਦਾ ਰਿਜ਼ਲਟ ਤੂੰ ਆਪਣੇ ਹੱਥਾਂ ਵਿੱਚ ਨਾ ਲੈ। ਜੇ ਤੂੰ ਸੰਸਾਰ ਦੇ ਵਿੱਚ ਸੁਖੀ ਰਹਿਣਾ, ਕਰ ਜ਼ਰੂਰ, ਉਦਮ ਤੋਂ ਨਹੀਂ ਰੋਕਿਆ। ਉਦਮ ਕਰੇਂਦਿਆਂ ਜਿਉ ਤੂੰ, ਕਮਾਵਦਿਆਂ ਸੁਖ ਪੁੰਜ। ਉਦਮ ਕਰ। ਸੰਸਾਰਕ ਤੌਰ ਤੇ ਵੀ ਗੁਰੂ ਸਾਹਿਬ ਦਾ ਹੁਕਮ ਹੈ, ਸੰਸਾਰਕ ਤੌਰ ਤੇ ਹੁਕਮ ਹੈ ਕਿ ਤੂੰ ਸੰਸਾਰ ਨੂੰ ਚੰਗਾ ਬਣਾਉਣ ਦਾ ਯਤਨ ਕਰ। ਇਹਦੇ ਸੁੱਖ ਸੁਵਿਧਾਵਾਂ ਜਿਹੜੀਆਂ ਨੇ ਇਹਨਾਂ ਦੇ ਵਿੱਚ ਯੋਗਦਾਨ ਪਾ। ਤੇਰੀ ਡਿਊਟੀ ਇਹ, ਰੱਬ ਨੇ ਸੰਸਾਰ ਬਣਾਇਆ। ਇਹ ਕੋਈ ਸ਼ਬਦ ਨਿਰਾਸ਼ਾਵਾਦੀ ਨਹੀਂ ਕਿ ਇਸ ਬਾਣੀ ਨੂੰ ਪੜ੍ਹ ਕੇ ਬੰਦਾ ਝੁੱਗੀ ਝੋਪੜੀ ਵਿੱਚ ਬੈਠ ਜਾਏ, ਦਰਵਾਜ਼ਾ ਬੰਦ ਕਰ ਲੈ, ਕੰਮਕਾਰ ਨਾ ਕਰੇ, ਰੋਟੀ ਖਾਣੀ ਛੱਡ ਦੇ, ਵਸਤਰ ਨਾ ਪਾਏ ਚੰਗੇ। ਇਹਦੇ ਅਰਥ ਇਹ ਨਹੀਂ ਭਾਵੇਂ ਕਿ ਕੱਢੇ ਜਾਂਦੇ ਨੇ, ਇਹਦੇ ਅਰਥ ਇਹ ਨਹੀਂ। ਗੁਰੂ ਤੇਗ ਬਹਾਦਰ ਸਾਹਿਬ ਜਾਚ ਸਿਖਾ ਰਹੇ ਨੇ, ਕਰਮ ਜ਼ਰੂਰ ਕਰ, ਯਤਨ ਕਰ, ਮਿਹਨਤ ਕਰ, ਪਰ ਤੂੰ ਸਿੱਟੇ ਦੀ ਆਸ ਆਪਣੇ ਹੱਥ ਵਿੱਚ ਨਾ ਰੱਖੀ। ਰਿਜ਼ਲਟ ਤੇਰੇ ਅਨੁਸਾਰ ਨਹੀਂ ਹੋ ਸਕਦਾ, ਹੋ ਵੀ ਸਕਦਾ ਨਹੀਂ ਵੀ ਹੋ ਸਕਦਾ। ਉਹਨੂੰ ਤੂੰ ਹਰ ਹਾਲਤ ਵਿੱਚ, ਜੇ ਤੂੰ ਸੁਖੀ ਰਹਿਣਾ ਤੇ ਇੱਕ ਇਸ ਤਰ੍ਹਾਂ ਦੀ ਦਸ਼ਾ ਪੈਦਾ ਕਰ ਜਿਹਨੂੰ ਆਪਾਂ ਕਹਿੰਦੇ ਆ, ਇੱਕ ਸ਼ਬਦ ਹੈ ਸਵਾਰਥ, ਇੱਕ ਨਿਰਸਵਾਰਥ। ਸਵਾਰਥ ਦਾ ਅਰਥ ਹੁੰਦਾ ਹੈ ਕਿ ਉਹ ਕੰਮ ਕਰਨਾ ਜਿਹਦੇ ਅਰਥ ਆਪਣੇ ਮਨ ਦੇ ਅਨੁਸਾਰ ਨਿਕਲਦੇ ਹੋਣ, ਉਹਨੂੰ ਕਹਿੰਦੇ ਨੇ ਸਵਾਰਥੀ। ਕੋਈ ਵੀ ਕੰਮ ਕਰਨਾ ਹੈ, ਹੁਣ ਇੱਕ ਆਦਮੀ ਬਿਜ਼ਨਸਮੈਨ, ਉਹ ਧਰਮ ਦਾ ਕੰਮ ਵੀ ਕਰੇਗਾ, ਉਹਦੇ ਵਿੱਚ ਉਹਦਾ ਆਪਣਾ ਸਵਾਰਥ ਹੋਏਗਾ, ਧਨ ਹੋਏਗਾ, ਧਰਮ ਨਹੀਂ ਹੋਵੇਗਾ। ਉਹਨੂੰ ਕਹਿੰਦੇ ਨੇ ਸਵਾਰਥ। ਕਹਿੰਦੇ ਨੇ ਕੰਮ ਕਰ। ਇੱਕ ਸ਼ਬਦ ਹੈ ਸਵਾਰਥ, ਇੱਕ ਸ਼ਬਦ ਹੈ ਪਰਮਾਰਥ। ਦੋ ਗੱਲਾਂ ਨੇ, ਸਵਾਰਥ ਤੇ ਪਰਮਾਰਥ। ਸਵਾਰਥ ਤੇ ਪਰਮਾਰਥ ਵਿੱਚ ਹੋਰ ਕੋਈ ਬਹੁਤਾ ਫਰਕ ਨਹੀਂ। ਬਸ ਸਵਾਰਥ ਦੇ ਅਰਥ ਨੇ ਕੰਮ ਕਰਨਾ ਤੇ ਸਿੱਟਾ ਆਪਣੇ ਅਨੁਸਾਰ ਕਹਿਣਾ ਵੀ ਇਸ ਤਰ੍ਹਾਂ ਨਿਕਲੇ। ਅਰਦਾਸ ਕੀਤੀ ਇਹ ਜ਼ਰੂਰ ਹੋਵੇ, ਗੁਰੂ ਦੇ ਕਹੇ ਤੇ ਤੁਰੇ ਇਸ ਤਰ੍ਹਾਂ ਵਾਪਰਨਾ ਹੀ ਚਾਹੀਦਾ। ਇਹਨੂੰ ਕਹਿੰਦੇ ਨੇ ਸਵਾਰਥੀ ਮਨੁੱਖ ਹੈ, ਸਵਾਰਥੀ ਧਰਮੀ ਹੈ। ਇਹ ਸਵਾਰਥ ਵਿੱਚ ਜੀ ਰਿਹਾ, ਔਰ ਇਸ ਸਵਾਰਥ ਵਿੱਚ ਕੀਤਾ ਹੋਇਆ ਕੋਈ ਵੀ ਕਰਮ ਬੰਦੇ ਨੂੰ ਕਦੀ ਸੁਖੀ ਨਹੀਂ ਕਰ ਸਕੇਗਾ, ਕਿਉਂਕਿ ਉਸ ਤਰ੍ਹਾਂ ਹੋਣਾ ਨਹੀਂ ਜਿਵੇਂ ਉਹਨੇ ਸੋਚਿਆ। ਨਰ ਚਾਹਤ ਕਛ ਔਰ। ਇੱਕ ਹੈ ਸਵਾਰਥ ਤੇ ਦੂਜਾ ਹੈ ਪਰਮਾਰਥ। ਪਰਮਾਰਥ ਦਾ ਮਤਲਬ ਹੈ ਕੰਮ ਕਰਨਾ ਹੈ, ਰਿਜ਼ਲਟ ਰੱਬ ਦੇ ਹੱਥ ਵਿੱਚ ਦੇ ਦਿੱਤੇ। ਇਹਨੂੰ ਸਿੱਟਾ ਕਿਵੇਂ ਦਾ ਲੱਗੇਗਾ, ਇਹ ਮੇਰੀ ਇੱਛਾ ਅਨੁਸਾਰ ਨਹੀਂ। ਮੈਂ ਤਾਂ ਸਿਰਫ ਬੀਜ ਬੀਜਣਾ ਸੀ, ਖੇਤ ਵਾਹੁਣਾ ਸੀ, ਖੇਤ ਵਾਹੁਣਾ ਸੀ। ਇਸ ਕਰਕੇ ਇੱਕ ਮੁਹਾਵਰਾ ਤੁਸੀਂ ਸੁਣਿਆ ਹੋਵੇਗਾ,
ਦੋ ਤਰ੍ਹਾਂ ਦੀ ਕਿਰਤ ਹੈ, ਇੱਕ ਖੇਤੀ ਤੇ ਇੱਕ ਵਪਾਰ। ਦੋ ਤਰ੍ਹਾਂ ਦੀ ਕਿਰਤ ਹੈ। ਉਹਦੇ ਵਿੱਚ ਸਿਆਣਿਆਂ ਨੇ ਇੱਕ ਕਹਾਵਤ ਬਣਾਈ ਜਿਹਦੇ ਵਿੱਚ ਕਿਹਾ ਗਿਆ, ਉੱਤਮ ਖੇਤੀ ਮੱਧਮ ਵਪਾਰ। ਖੇਤੀ ਬੜੀ ਉੱਤਮ ਹੈ, ਵਪਾਰ ਬੜਾ ਮੱਧਮ ਹੈ। ਮੱਧਮ ਦਾ ਅਰਥ ਕਿਉਂ ਮੱਧਮ ਵਪਾਰ? ਖੇਤੀ ਉੱਤਮ ਕਿਉਂ ਹੈ? ਕੀ ਕਾਰਨ ਨੇ? ਕਿਉਂਕਿ ਖੇਤੀ ਦਾ ਅਰਥ ਹੈ ਧਰਮ, ਯਾਨੀ ਕਿ ਜ਼ਿਮੀਦਾਰ ਜ਼ਮੀਨ ਵਾਹ ਰਿਹਾ, ਹਲ ਵਾਹ ਰਿਹਾ, ਟਰੈਕਟਰ ਚਲਾ ਰਿਹਾ ਨੂੰ ਪੁੱਛੋ ਜਿਹੜਾ ਖੇਤ ਤੂੰ ਵਾਹ ਰਿਹਾ ਇਹਦੇ ਵਿੱਚ ਕਿੰਨੀ ਫਸਲ ਨਿਕਲੇਗੀ, ਕਿੰਨੇ ਕੁਇੰਟਲ ਨਿਕਲੇਗੀ? ਉਹ ਕਹੇਗਾ ਵੀ ਯਤਨ ਕਰ ਰਹੇ ਹਾਂ, ਬੀਜ ਰਹੇ ਹਾਂ। ਇਹ ਰੱਬ ਦੇ ਹੱਥ 'ਤੇ ਮੌਸਮ ਕਿਵੇਂ ਦਾ ਵਾਪਰਨਾ, ਸੋਕਾ ਹੈ ਕਿ ਡੋਬਾ ਹੈ, ਕੀ ਪਤਾ ਕੀ ਨਿਕਲੇ। ਪਰਮਾਤਮਾ ਦੀ ਗੱਲ ਵਿੱਚ ਆ ਗਈ ਉਸ ਕਿਰਤ ਦੇ। ਉੱਥੇ ਕੰਮ ਕਰਨ ਵਾਲੇ ਦੀ ਇੱਛਾ ਰਿਜ਼ਲਟ ਦੇ ਉੱਤੇ ਡਿਪੈਂਡ ਨਹੀਂ ਵੀ ਜ਼ਰੂਰ ਇਸ ਤਰ੍ਹਾਂ ਇੰਨਾ ਨਿਕਲੇਗਾ ਹੀ। ਪਰ ਵਪਾਰ ਵਿੱਚ ਕੀ ਹੈ? ਵਪਾਰ ਵਿੱਚ ਫਿਕਸ ਹੁੰਦਾ ਹੈ ਕਿ ਜੇ 100 ਦਾ ਖਰੀਦਿਆ ਤੇ 125 ਇਹਦਾ ਕਮਾਉਣਾ, ਨਹੀਂ ਤੇ ਬੰਦ ਕਰ ਦਿਆਂਗੇ, ਦਿੰਦੇ ਨਹੀਂ। ਉਹਦੇ ਵਿੱਚ ਉਹ ਕਿਰਤ ਆਦਮੀ ਦੇ ਹੱਥਾਂ ਵਿੱਚ ਆ ਗਈ, ਪਰਮਾਤਮਾ ਨੂੰ ਉਹਦੇ ਵਿੱਚੋਂ ਪਾਸੇ ਕਰ ਦਿੱਤਾ ਗਿਆ। ਇਸ ਕਰਕੇ ਉਹਨੂੰ ਮੱਧਮ ਕਿਹਾ ਧਰਮ ਦੇ ਮਾਮਲੇ ਵਿੱਚ। ਖੇਤੀ ਨੂੰ ਉੱਤਮ ਤਾਂ ਕਿਹਾ ਹੈ, ਇਸ ਲਈ ਗੁਰੂ ਨਾਨਕ ਦੇਵ ਜੀ ਭਾਵੇਂ ਕਿੱਥੇ ਗਏ, ਮੋਦੀਖਾਨਾ ਵੀ ਚਲਾਇਆ, ਪਰ ਆਪਣੀ ਜ਼ਿੰਦਗੀ ਦੇ ਅਖੀਰਲੇ 17 ਸਾਲ ਕਿੱਥੇ ਕਿੱਥੇ ਗਏ। 4 ਉਦਾਸੀਆਂ, ਮੋਦੀਖਾਨਾ, ਅਫਗਾਨਿਸਤਾਨ ਤੋਂ ਲੈ ਕੇ ਕਿੱਥੋਂ ਤੱਕ ਚਲੇ ਗਏ, ਤਮਿਲਨਾਡੂ ਤੱਕ, ਸ਼੍ਰੀਲੰਕਾ ਤੱਕ, ਅਸਾਮ ਤੱਕ, ਸਾਰਾ ਦੇਸ਼ ਗਹਿਣ ਕਰ ਦਿੱਤਾ, ਗਾਹ ਦਿੱਤਾ। ਤੇ ਕਰਤਾਰਪੁਰ ਸਾਹਿਬ ਆਏ, ਇੱਥੇ ਬੈਠੇ, ਫਿਰ ਹਲ ਪੰਜਾਲੀ ਚੁੱਕੀ, ਫਿਰ ਬਲਦ ਰੱਖ ਲਏ, ਫਿਰ ਖੇਤੀ ਚੱਲਦੀ ਹੈ, ਫਿਰ ਦੇਗ ਚੱਲਦੀ ਹੈ, ਫਿਰ ਉੱਥੇ ਸਭ ਕੁਝ ਹੁੰਦਾ ਹੈ। ਕਿਉਂਕਿ ਉਹ ਬੇਸ ਹੈ, ਉਹਦਾ ਧਰਮ ਦਾ ਬੇਸ ਹੈ ਕਿ ਪਰਮਾਤਮਾ ਦੇ ਹੱਥਾਂ ਵਿੱਚ ਦਿੱਤੀ ਹੋਈ ਕਿਰਤ, ਜਿਸ ਦਾ ਸਿੱਟਾ ਮਨੁੱਖ ਦੇ ਹੱਥਾਂ ਵਿੱਚ ਨਹੀਂ, ਉਹੀ ਧਰਮ ਹੈ। ਇਸ ਕਰਕੇ ਨਰ ਚਾਹਤ ਕਛ ਔਰ, ਬੰਦਾ ਕੁਝ ਹੋਰ ਚਾਹੁੰਦਾ, ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਹੁੰਦਾ ਕੁਝ ਹੋਰ ਹੈ। ਇਸੇ ਤਰ੍ਹਾਂ ਹੀ ਹੋਏਗਾ, ਕਿਉਂਕਿ ਉਹਦੀ ਚਾਹਤ ਸ਼ੁੱਧ ਨਹੀਂ। ਛੋਟਾ ਜਿਹਾ ਕਿਣਕਾ ਇਸ ਬ੍ਰਹਿਮੰਡ ਦਾ, ਸਾਰਾ ਬ੍ਰਹਿਮੰਡ ਉਹਦੇ ਅਨੁਸਾਰ ਥੋੜ੍ਹੀ ਚੱਲਣ ਲੱਗੇਗਾ। ਤਾਂ ਸਤਿਗੁਰੂ ਨੇ ਕਿਹਾ, ਉਦਮ ਤੇ ਜ਼ਰੂਰ ਕਰ, ਇਹ ਜਗ ਸੱਚੇ ਕੀ ਹੈ ਕੋਠੜੀ। ਸੰਸਾਰ ਸੱਚੇ ਦਾ ਘਰ ਹੈ, ਪਰਮਾਤਮਾ ਦਾ। ਇਹਦਾ ਅਰਥ ਇਹ ਥੋੜ੍ਹੀ ਹੈ ਵੀ ਅਸੀਂ ਇਸ ਸੰਸਾਰ, ਜਿਹੜਾ ਸੰਸਾਰ ਉਸ ਰੱਬ ਦਾ ਘਰ ਹੈ ਜਿਹਨੂੰ ਅਸੀਂ ਜਪ ਰਹੇ ਹਾਂ, ਤੇ ਉਸ ਨੂੰ ਸਾਫ਼ ਰੱਖਣਾ, ਉਸ ਦਾ ਵਿਕਾਸ ਕਰਨਾ ਵੀ ਸਾਡਾ ਜੀਵਨ ਹੈ, ਸਾਡਾ ਧਰਮ ਹੈ, ਸਾਡਾ ਫਰਜ਼ ਹੈ। ਉਹਦੇ ਵਿੱਚ ਕੰਮ ਕਰਨਾ, ਉਹਦੇ ਵਿੱਚ ਕਿਰਤ ਕਰਨੀ, ਉਹਨੂੰ ਸੁੰਦਰ ਬਣਾਉਣਾ ਵੀ ਸਾਡੀ ਡਿਊਟੀ ਹੈ, ਉਹ ਵੀ ਧਰਮ ਹੈ। ਉਹਦੇ ਤੋਂ ਦੌੜ ਜਾਣਾ ਠੀਕ ਨਹੀਂ ਹੈ। ਸੰਸਾਰ ਨੂੰ ਠੀਕ ਕਰਨਾ ਧਰਮ ਹੈ। ਪਰ ਸਤਿਗੁਰੂ ਨੇ ਕਿਹਾ, ਜਾਚ ਸਿੱਖ, ਬੀਜ ਬੀਜਿਆ ਕਰ, ਸਿੱਟੇ ਦੀ ਉਮੀਦ ਰੱਬ ਤੇ ਰੱਖ। ਜੇ ਤੂੰ ਆਪਣੇ ਹੱਥਾਂ ਵਿੱਚ ਰੱਖੀ ਤੇ ਜ਼ਰੂਰੀ ਨਹੀਂ ਸਿੱਟਾ ਤੇਰੀ ਮਰਜ਼ੀ ਅਨੁਸਾਰ ਲੱਗੇਗਾ। ਬਸ ਉਹ ਆਦਮੀ ਇਸ ਸੰਸਾਰ ਦਾ ਸਭ ਤੋਂ ਸੁਖੀ ਵਿਅਕਤੀ ਹੈ ਜਿਸ ਕਰਮ ਕੀਤੇ ਨੇ, ਕੰਮ ਕੀਤਾ, ਪਰ ਸਿੱਟਾ ਰੱਬ ਦੇ ਹੱਥ ਵਿੱਚ ਦੇ ਦਿੱਤਾ। ਜਿਵੇਂ ਤੂੰ ਕਰੇਗਾ ਉਸ ਤਰ੍ਹਾਂ ਠੀਕ ਹੋਵੇਗਾ, ਚਾਹਤ ਨਹੀਂ। ਹੁਣ ਉਸ ਵਿਅਕਤੀ ਨੂੰ ਕੋਈ ਦੁੱਖ ਹੀ ਨਹੀਂ ਕਰ ਸਕਦਾ। ਮੈਂ ਸ਼ੁਰੂ ਵਿੱਚ ਬੇਨਤੀ ਕੀਤੀ ਸੀ, ਦੁੱਖ ਦਾ ਕਾਰਨ ਹੈ ਬੰਦਾ ਜੋ ਫਿਕਸ ਕਰਦਾ ਉਸ ਤਰ੍ਹਾਂ ਹੁੰਦਾ ਨਹੀਂ, ਹੋਵੇਗਾ ਵੀ ਨਹੀਂ, ਬਿਲਕੁਲ ਨਹੀਂ ਹੋਵੇਗਾ। ਜਦੋਂ ਉਸ ਤਰ੍ਹਾਂ ਨਹੀਂ ਹੁੰਦਾ ਤੇ ਸਾਡੇ ਅੰਤਿਸ਼ਕਰਨ ਵਿੱਚ ਸ਼ੁਰੂ ਤੋਂ ਲੈ ਕੇ ਜਿਉਂ ਆਦਮੀ ਹੋਸ਼ ਸੰਭਾਲਦਾ, ਦੁੱਖ ਕਿਸ ਚੀਜ਼ ਦਾ, ਉਹ ਅੰਦਰ ਕਿਲੇ ਬਣਾਉਂਦਾ ਹੈ, ਅੰਦਰ ਕਲਪਨਾ ਕਰਦਾ ਹੈ, ਅੰਦਰ ਉਹਦੇ ਇੱਕ ਤ੍ਰਿਸ਼ਨਾ ਜਾਗਦੀ, ਉਹ ਕਈ ਕੁਝ ਬਣਾਉਂਦਾ ਹੈ। ਔਰ ਅੱਜ ਕੱਲ੍ਹ ਇਸ ਚੀਜ਼ ਦਾ ਸ਼ਿਕਾਰ ਬਹੁਤੇ ਬੱਚੇ ਹੋ ਰਹੇ ਨੇ ਮਾਨਸਿਕ ਤੌਰ 'ਤੇ, ਕਿਉਂਕਿ ਜੋ ਕੁਝ ਉਹਨਾਂ ਨੇ ਪਹਿਲਾਂ, ਆਦਮੀ ਉਹਦੇ ਜਿਉਣ ਦਾ ਘੇਰਾ ਛੋਟਾ ਸੀ, ਉਹਦੀ ਜਾਣਕਾਰੀ ਘੱਟ ਸੀ। ਹੁਣ ਜਦੋਂ ਮੀਡੀਆ ਦੇ ਰਾਹੀਂ ਸੰਸਾਰ ਦੀਆਂ ਤਸਵੀਰਾਂ ਦੇਖਦਾ, ਵੱਡੇ ਵੱਡੇ ਮਹਿਲ ਦੇਖਦਾ, ਗੱਡੀਆਂ ਦੇਖਦਾ, ਤੇ ਬੱਚੇ ਦੀ ਚਾਹਤ ਦੀਆਂ ਲਪਟਾਂ ਉਹਦੇ ਸਿਰ ਨੂੰ ਪਾਰ ਕਰ ਜਾਂਦੀਆਂ ਨੇ, ਉਹਦੇ ਜੀਵਨ ਨੂੰ ਸੇਕ ਲਾ ਦਿੰਦੀਆਂ ਨੇ, ਉਹਦੇ ਨਾਲ ਉਹ ਅਸਤ ਵਿਅਸਤ ਹੋ ਜਾਂਦਾ ਹੈ, ਔਰ ਉਹਦੀ ਜ਼ਿੰਦਗੀ ਸਦਾ ਵਾਸਤੇ ਡਿਸਟਰਬ ਹੋ ਜਾਂਦੀ ਹੈ। ਇਸ ਤਰ੍ਹਾਂ ਜੇ ਅੱਜ ਕਿਸੇ ਨੇ ਸੁਖੀ ਹੋਣਾ, ਜਾਂ ਸ਼ੁਰੂ ਤੋਂ ਲੈ ਕੇ ਉਸ ਨੂੰ ਧਰਮ ਦੀ ਸਿੱਖਿਆ ਨਾਲ ਚਾਹੀਦੀ ਹੈ ਵੀ ਕਿਵੇਂ ਹੈ ਸੰਸਾਰ, ਕਿਵੇਂ ਦਾ ਜਿਹਦੇ ਵਿੱਚ ਵਿਚਰਨ,
ਜਿਸ ਜੰਗਲ ਵਿੱਚੋਂ ਲੰਘਣਾ ਉਹਦੇ ਰਸਤੇ ਤੇ ਪਤਾ ਹੋਣਾ ਚਾਹੀਦਾ, ਪਰ ਇਹਦੀ ਸਿੱਖਿਆ ਨਹੀਂ। ਇਹਦੇ ਉਲਟ ਹੈ, ਬੱਚੇ ਦੀ ਤ੍ਰਿਸ਼ਨਾ ਨੂੰ ਜਗਾਇਆ ਜਾਂਦਾ ਹੈ। ਜੇ ਕੋਈ ਸ਼ਾਂਤ ਹੋਣ ਦਾ ਯਤਨ ਕਰੇ, ਮਾਂ-ਬਾਪ ਕਹਿ ਦਿੰਦੇ ਨੇ ਕਿ ਕਿਵੇਂ ਦਾ ਘਰ ਵਿੱਚ ਇਹਨੇ ਜਨਮ ਲੈ ਲਿਆ। ਕਬੀਰ ਸਾਹਿਬ ਨੂੰ ਕਿਹਾ ਉਹਨਾਂ ਦੀ ਮਾਤਾ ਨੇ, ਮੁਸ ਮੁਸ ਰੋਵੈ ਕਬੀਰ ਕੀ ਮਾਈ, ਇਹ ਬਾਰਕ ਕੈਸੇ ਜੀਵੈ ਰਘੁਰਾਈ। ਇਹ ਕਿਵੇਂ ਜਿਉਂਦਾ ਹੈ? ਜਿਉਣ ਦਾ ਢੰਗ ਹੈ। ਕਿਉਂਕਿ ਕਬੀਰ ਸਾਹਿਬ ਨੇ ਕਿਰਤ ਨਹੀਂ ਸੀ ਛੱਡੀ, ਕੰਮ ਨਹੀਂ ਸੀ ਛੱਡਿਆ। ਖੱਡੀ ਤਾਂ ਰੱਖੀ ਉਹਨਾਂ ਨੇ, ਕੱਪੜੇ ਬਣਾਉਂਦੇ ਸਨ, ਪਰ ਉਹਨਾਂ ਨੇ ਉਹ ਜੁਗਤ ਵਰਤ ਲਈ ਕਿ ਕਿਵੇਂ ਕੰਮ ਕਰਨਾ ਸੰਸਾਰ ਵਿੱਚ। ਮਾਂ ਨੂੰ ਨਹੀਂ ਸੀ ਉਹ ਪ੍ਰਵਾਨ, ਮਾਂ ਦੀ ਤ੍ਰਿਸ਼ਨਾ ਵੱਡੀ ਸੀ। ਉਹ ਚਾਹੁੰਦੀ ਸੀ ਮੇਰਾ ਪੁੱਤਰ ਤ੍ਰਿਸ਼ਨਾਲੂ ਹੋਵੇ, ਮੇਰਾ ਪੁੱਤਰ ਕੋਈ ਗ੍ਰਾਹਕ ਆਇਆ ਕੰਮ 100 ਦਾ ਕਰੇ, ਉਹਦੀ ਜੇਬ ਵਿੱਚੋਂ 150 ਕੱਢੇ। ਉਹ ਚਾਹੁੰਦੀ ਸੀ ਧੋਖਾਬਾਜ਼ੀ ਕਰੇ, ਇਹ ਚਾਹਤ ਸੀ। ਤਾਂ ਹੀ ਕਿਹਾ ਨਾ, ਮੁਸ ਮੁਸ ਰੋਵੈ ਕਬੀਰ ਕੀ ਮਾਈ। ਤੇ ਇਕੱਲੇ ਕਬੀਰ ਸਾਹਿਬ ਦੇ ਨੇ, ਤੁਸੀਂ ਖਿਆਲ ਕਰੋ, ਜੇ ਇੱਕ ਮਹਾ ਕ੍ਰਾਂਤੀਕਾਰੀ ਭਗਤ ਦੀ ਮਾਂ ਇਹ ਸੋਚਦੀ ਏ ਤੇ ਆਮ ਬੰਦੇ ਦੀ ਮਾਂ ਕੀ ਸੋਚਦੀ ਹੋਵੇਗੀ, ਉਹਦੀ ਚਾਹਤ ਕੀ ਹੋਵੇਗੀ। ਉਹ ਤੇ ਇਹ ਚਾਹੇਗੀ ਵੀ ਦੂਸਰਿਆਂ ਤੋਂ ਖੋਵੋ, ਇਕੱਠਾ ਕਰੋ, ਬਾਹਰੋਂ ਘਰ ਲਿਆਵੋ, ਜਿਵੇਂ ਮਰਜ਼ੀ ਲਿਆਓ, ਝੂਠ ਬੋਲੋ, ਧੋਖਾ ਦਿਓ, ਜੋ ਮਰਜ਼ੀ ਕਰਨਾ ਹੋਵੇ, ਆਪਣੇ ਘਰ ਨੂੰ ਵੱਡਾ ਕਰੋ। ਔਰ ਇਹ ਸਭ ਤੋਂ ਵੱਡਾ ਦੁੱਖ ਇਸ ਸੰਸਾਰ ਦਾ, ਸਭ ਤੋਂ ਵੱਡਾ ਦੁੱਖ ਇਹ ਹੈ। ਬਾਬਾ ਫਰੀਦ ਸਾਹਿਬ ਨੇ 2 ਸ਼ਲੋਕ ਕਹੇ ਨੇ ਔਰ ਉਹ ਬੜੇ ਪ੍ਰਚਲਿਤ ਨੇ। ਉਹ ਕਹਿੰਦੇ ਨੇ, ਰੁੱਖੀ ਸੁੱਖੀ ਖਾਏ ਕੈ, ਠੰਡਾ ਪਾਣੀ ਪੀਓ, ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ। ਫਰੀਦਾ ਰੋਟੀ ਮੇਰੀ ਕਾਠ ਕੀ, ਲਾਵਣ ਮੇਰੀ ਭੁੱਖ, ਜਿਨ੍ਹਾਂ ਖਾਧੀ ਚੋਪੜੀ ਘਣੇ ਸਹਿਣਗੇ ਦੁੱਖ। ਸ਼ਲੋਕ ਬਹੁਤ ਪਿਆਰੇ ਨੇ। ਹੁਣ ਇਹਨਾਂ ਦੇ ਥੋੜ੍ਹੇ ਜਿਹੇ ਅਰਥ ਆਪਾਂ ਸਮਝੀਏ, ਜੀਵਨ ਵਿੱਚ ਕੰਮ ਆ ਜਾਣਗੇ। ਰੁੱਖੀ ਸੁੱਖੀ ਦਾ ਅਰਥ ਕੀ ਹੈ? ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਈ ਐਸੇ ਸ਼ਬਦ ਆਉਂਦੇ, ਜਦੋਂ ਉਹਨਾਂ ਦੇ ਅਰਥ ਵੇਖਦੇ ਆ, ਜੇ ਇਕੱਲੇ ਅੱਖਰੀ ਅਰਥ ਕਰਾਂਗੇ ਤੇ ਕਈ ਵਾਰੀ ਅਰਥ ਦੂਰ ਚਲੇ ਜਾਣਗੇ ਉਸ ਭਾਵ ਤੋਂ। ਇੱਥੇ ਫਰੀਦ ਜੀ ਦਾ ਭਾਵ ਇਹ ਨਹੀਂ ਵੀ ਰੋਟੀ ਨੂੰ ਘਿਓ ਨਹੀਂ ਲਾਉਣਾ, ਰੁੱਖੀ ਖਾਣੀ ਹੈ, ਰੋਕ ਨਹੀਂ ਰਹੇ। ਅੱਖਰੀ ਅਰਥ ਇਹ ਨੇ ਕਿ ਰੁੱਖੀ ਰੋਟੀ ਖਾਓ ਤੇ ਬਾਅਦ ਵਿੱਚ ਪਾਣੀ ਪੀ ਲਓ, ਹੋਰ ਕੁਝ ਨਹੀਂ ਪੀਣਾ, ਉਹ ਵੀ ਠੰਡਾ। ਪਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦੂਜੇ ਪਾਸੇ ਭਗਤਾਂ ਨੇ ਘਿਓ ਮੰਗਿਆ ਰੱਬ ਤੋਂ। ਤੁਸੀਂ ਵੇਖਦੇ ਹੋ ਕਬੀਰ ਜੀ ਦਾ ਸ਼ਲੋਕ ਦਾ ਸ਼ਬਦ ਹੈ, ਭਗਤ ਧੰਨਾ ਜੀ ਦਾ ਸ਼ਲੋਕ। ਉਹ ਕਹਿੰਦੇ ਨੇ, ਦਾਲ ਸਿੱਧਾ ਮੰਗੋ ਘਿਓ, ਘਿਓ ਮੰਗਿਆ ਹੈ। ਔਰ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੀ ਰਸੋਈ ਦੇ ਵਿੱਚ ਵਰਤੀ ਜਾਣ ਵਾਲੀ ਜਿਹੜੀ ਵਸਤੂ ਹੈ, ਉਹਦਾ ਨਾਮ ਲਿਆ ਗਿਆ ਘਿਓ। ਘਿਓ ਦੀ ਗੱਲ ਕੀਤੀ ਗਈ ਹੈ। ਘਿਓ ਤੋਂ ਰੋਕਿਆ ਨਹੀਂ, ਖਿਆਲ ਰੱਖਣਾ। ਇੱਥੇ ਰੁੱਖੀ ਸੁੱਖੀ ਦਾ ਮਤਲਬ ਹੈ ਕਿ ਜੋ ਤੂੰ ਕਿਰਤ ਕਰਨਾ, ਜੋ ਤੂੰ ਕੰਮ ਕਰਨਾ, ਸਹੀ ਢੰਗ ਦੇ ਨਾਲ ਕੰਮ ਕਰਦਿਆਂ ਜਿਹੜਾ ਜਿੰਨਾ ਕੁ ਤੇਰੇ ਕੋਲ ਆਉਂਦਾ ਹੈ, ਜਿੰਨੀ ਤੇਰੀ ਪ੍ਰਾਲਬਧ ਹੈ, ਜਿੰਨੇ ਤੇਰੇ ਭਾਗ ਵਿੱਚ ਪਰਮਾਤਮਾ ਨੇ ਪਾ ਦਿੱਤਾ ਹੈ, ਜੋ ਕੁਛ ਪਾਇਆ ਸੋ ਏਕਾ ਵਾਰ, ਕਰ ਕਰ ਵੇਖਿਆ ਸਿਰਜਣਹਾਰ। ਉਹ ਭਾਵੇਂ ਰੁੱਖੀ ਹੈ, ਭਾਵੇਂ ਚੋਪੜੀ ਹੈ, ਉਹਨੂੰ ਆਪਣੀ ਸਮਝ ਕੇ ਵਰਤ ਲੈ। ਜਿੰਨਾ ਪਦਾਰਥ ਤੈਨੂੰ ਦਿੱਤਾ ਹੈ, ਉਹਦੇ ਵਿੱਚ ਭਾਵੇਂ ਸੋਨੇ ਦੇ ਬਰਤਨ ਵੀ ਕਿਉਂ ਨਾ ਹੋਣ, ਉਹ ਵੀ ਵਰਤ ਸਕਦਾ ਆਦਮੀ, ਕੋਈ ਸ਼ੱਕ ਨਹੀਂ ਹੈ। ਮਹਿਲ ਹੋਵੇ, ਕੰਧਾਂ ਹੋ ਜਾਣ ਸੋਨੇ ਦੀਆਂ, ਕੋਈ ਇਤਰਾਜ਼ ਨਹੀਂ ਹੈ, ਪਰ ਉਹ ਵਰਤੇ ਜੋ ਉਹਦਾ ਹੈ। ਹਰ ਇੱਕ ਬੰਦੇ ਦੀ ਭਾਗ ਸ਼ੈਲੀ, ਭਾਗ ਦਾ ਇੱਕ ਹਿੱਸਾ ਹੈ। ਸਾਨੂੰ ਉਹ ਹੀ ਮਿਲ ਸਕਦਾ ਜੋ ਸਾਡੇ ਸੰਜੋਗ ਵਿੱਚ ਆਇਆ, ਜੋ ਭਾਗ ਵਿੱਚ ਆਇਆ, ਉਸ ਤੋਂ ਵੱਧ ਨਹੀਂ ਰਹੇਗਾ। ਜਿਸ ਚੀਜ਼ ਦੀ ਸਮਝ ਆ ਜਾਏ ਆਦਮੀ ਨੂੰ, ਜਿਸ ਚੀਜ਼ ਦਾ ਪਤਾ ਲੱਗ ਜਾਏ ਪਦਾਰਥ ਕੀ ਹੈ ਸੰਸਾਰ ਦਾ। ਜਿਨ੍ਹਾਂ ਵਿਅਕਤੀਆਂ ਜਿਨ੍ਹਾਂ ਨੇ ਨਾਮ ਨਾਲ, ਸ਼ਬਦ ਨਾਲ ਸਾਂਝ ਪਾ ਲਈ, ਉਹਨਾਂ ਨੂੰ ਪਦਾਰਥ ਦੇ ਹਿਸਾਬ ਕਿਤਾਬ ਦਾ ਪਤਾ ਲੱਗਾ ਵੀ ਇਹ ਕੀ ਚੀਜ਼ ਹੈ। ਅਸੀਂ ਕਈ ਵਾਰੀ ਕਹਿੰਦੇ ਹਾਂ ਫਲਾਣੇ ਬੰਦੇ ਆਦਮੀ ਨੇ ਬਹੁਤ ਕੁਝ ਬਣਾਇਆ ਹੈ। ਗਲਤ ਹੈ ਮੁਹਾਵਰਾ। ਬਣਾਉਣਾ ਕੀ ਸੀ? ਇੱਥੇ ਧਰਤੀ ਤੇ ਜੋ ਕੁਝ ਬਣਿਆ ਇੱਕੋ ਵਾਰੀ ਬਣਿਆ ਹੈ, ਪਰਤ ਕੇ ਕੋਈ ਸਿਰਜਣ ਨਹੀਂ ਕਰ ਸਕਿਆ, ਬਣਾ ਨਹੀਂ ਸਕਿਆ। ਸਿਰਜਣਹਾਰ ਤੇ ਇੱਕ ਹੈ, ਸਿਰਜਿਆ ਕਿਸ ਨੇ? ਬਣਾ ਕੌਣ ਸਕਦਾ? ਅਸੀਂ ਕਹਿੰਦੇ ਹਾਂ ਫਲਾਣੇ ਆਦਮੀ ਨੇ ਬੜਾ ਬਣਾਇਆ ਹੈ, ਕੋਈ ਨਹੀਂ ਬਣਾ ਸਕਦਾ। ਸਿਰਫ ਉਹਦੇ ਭਾਗ ਸ਼ੈਲੀ ਦੇ ਵਿੱਚ ਧਨ ਸੀ। ਉਹ ਧਨ ਇੱਥੇ ਪਿਆ ਸੀ ਪਹਿਲਾਂ, ਉਹਦੇ ਤੋਂ ਪਹਿਲਾਂ
ਕਿਸੇ ਕੋਲੋਂ ਨਿਕਲ ਗਿਆ ਉਹਦੇ ਕੋਲ ਆ ਗਿਆ, ਕੱਲ ਨੂੰ ਉਹਦੇ ਕੋਲੋਂ ਨਿਕਲ ਜਾਣਾ ਹੈ, ਦੂਸਰੇ ਕੋਲ ਚਲਾ ਜਾਏਗਾ। ਥਾਂ ਬਦਲਦਾ, ਇਸ ਜ਼ਮੀਨ ਤੇ ਕੋਈ ਧਨ ਨਵਾਂ ਬਣਦਾ ਹੀ ਨਹੀਂ। ਇਹ ਸਾਡਾ ਭੁਲੇਖਾ ਹੈ, ਸਾਡਾ ਝੂਠ ਹੈ। ਸਿਰਫ ਧਨ ਥਾਂ ਬਦਲ ਜਾਂਦਾ, ਇੱਕ ਕੋਲ ਹੁੰਦਾ, ਜਿੰਨਾ ਚਿਰ ਉਹਦੇ ਭਾਗ ਵਿੱਚ ਹੈ ਉਹਦੇ ਕੋਲ ਰਹਿੰਦਾ ਹੈ। ਤਾਂ ਇਤਰਾਜ਼ ਨਹੀਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੂੰ ਕਿ ਕੋਈ ਪਦਾਰਥ ਕਿੰਨਾ ਵਰਤਦਾ ਹੈ, ਵਰਤ ਸਕਦਾ ਹੈ, ਪਰ ਰੁੱਖੀ ਸੁਖੀ ਦਾ ਅਰਥ ਕੀ ਹੈ? ਰੁੱਖੀ ਸੁਖੀ ਦਾ ਅਰਥ ਹੈ, ਇਸ ਘਰ ਮੈਂ ਹੈ ਸੋ ਤੂੰ ਢੂੰਡ ਖਾਹੇ, ਔਰ ਕਿਸੀ ਹੀ ਕੇ ਤੂੰ ਮਤ ਹੀ ਜਾਹੇ। ਭਗਤ ਕਬੀਰ ਜੀ ਦਾ ਬਸੰਤ ਰਾਗ ਦਾ ਸ਼ਬਦ ਹੈ। ਉਸ ਕੂਕਰ ਨੂੰ ਕਹਿ ਰਹੇ ਨੇ, ਜਿਹਦੀ ਚਾਹਤ ਬਹੁਤ ਵੱਧ ਚੁੱਕੀ ਹੈ, ਨਰ ਚਾਹਤ ਕਛ ਔਰ। ਉਹ ਕੂਕਰ ਜਿਹੜਾ ਅਵਾਰਾ ਹੈ, ਬਿਲਕੁਲ ਗਲੀਆਂ ਵਿੱਚ ਫਿਰਦਾ ਹੈ ਤੇ ਹਰ ਇੱਕ ਘਰ ਵਿੱਚ ਝਾਤੀ ਪਾ ਕੇ ਵੇਖਦਾ, ਜੇ ਘਰ ਦਾ ਘਰ ਨਹੀਂ ਤੇ ਇਥੋਂ ਕੁਝ ਚੁੱਕ ਲਵਾਂ। ਇੱਕ ਘਰ ਖਾਲੀ ਵੇਖਿਆ, ਅੰਦਰ ਚਲਾ ਗਿਆ ਤੇ ਅੰਦਰ ਚੌਵਾਂ ਪਾਸਿਓਂ ਵੇਖ ਕੇ ਉੱਥੇ ਗਿਆ ਜਿੱਥੇ ਆਟਾ ਪੀਣ ਵਾਲੀ ਚੱਕੀ ਪਈ ਹੋਈ ਸੀ। ਪਹਿਲਾਂ ਚੱਕੀਆਂ ਹੁੰਦੀਆਂ ਸਨ ਘਰਾਂ ਵਿੱਚ, ਪੱਥਰ ਦੇ ਪੁੜ ਹੁੰਦੇ ਸਨ, ਉਹਨਾਂ ਤੇ ਆਟਾ ਖਿਲਰਿਆ ਹੁੰਦਾ ਸੀ। ਉਹਨੇ ਉੱਥੇ ਜਾ ਕੇ ਚੱਕੀ ਚੱਟੀ, ਪਹਿਲਾਂ ਸਭ ਤੋਂ ਆਟਾ ਸਾਰਾ ਚੱਟ ਲਿਆ। ਕਬੀਰ ਜੀ ਕਹਿੰਦੇ ਚਲੋ ਹੈ ਤੇ ਇਹ ਵੀ ਗਲਤ, ਚਲੋ ਚੱਕੀ ਚੱਟ ਲਈ, ਗੱਲ ਖਤਮ ਹੋ ਗਈ, ਦੌੜ ਜਾਂਦਾ, ਆਟਾ ਖਾ ਲਿਆ। ਪਰ ਜਦੋਂ ਸਾਰਾ ਆਟਾ ਖਾ ਲਿਆ ਨਾ, ਉੱਥੇ ਇੱਕ ਚੀਥਰਾ ਕੱਪੜਾ ਪਿਆ ਸੀ ਜਿਹਦੇ ਨਾਲ ਚੱਕੀ ਸਾਫ਼ ਕਰੀ ਦੀ। ਲੋਭ ਵਿੱਚ ਆ ਕੇ, ਹਾਲਾਂਕਿ ਉਸ ਕੱਪੜੇ ਦੇ ਵਿੱਚ ਹੈ ਤੇ ਕੁਝ ਵੀ ਨਹੀਂ, ਉੱਤੇ ਸਾਫ਼ ਕਰਨ ਵਾਲਾ ਸੀ, ਉਹ ਮੂੰਹ ਵਿੱਚ ਚੁੱਕ ਕੇ ਦੌੜ ਪਿਆ ਬਾਹਰ ਨੂੰ। ਹੁਣ ਪਹਿਲਾਂ ਆਟਾ ਚੱਟਿਆ, ਫਿਰ ਕੱਪੜਾ ਮੂੰਹ ਵਿੱਚ ਪਾਇਆ ਤੇ ਫਿਰ ਜਾਂਦਿਆਂ ਜਾਂਦਿਆਂ ਅੱਖ ਚੁੱਕ ਕੇ ਵਹਿੰਦਾ ਵੀ ਕਿੱਲੀ ਨਾਲ ਰੋਟੀਆਂ ਵਾਲਾ ਛਿੱਕੂ ਟੰਗਿਆ ਹੋਇਆ ਹੈ, ਜੇ ਯਤਨ ਹੋਵੇ ਤੇ ਇਹ ਵੀ ਲਾ ਹੀ ਲਵਾਂ। ਇਹ ਹੁਣ ਨਰ ਚਾਹਤ ਕਛ ਔਰ, ਇਹ ਵਧੀ ਹੋਈ ਚਾਹਤ ਹੈ ਬੰਦੇ ਦੀ, ਹਾਲਾਂਕਿ ਉਸ ਕੱਪੜੇ ਦੇ ਵਿੱਚ ਕੁਝ ਵੀ ਨਹੀਂ। ਤੁਸੀਂ ਕਦੀ ਵੇਖਣਾ ਉਸ ਕੱਪੜੇ ਵਿੱਚ ਕੁਝ ਨਹੀਂ। ਇੱਕ ਬਿਰਤੀ ਹੈ ਮਨੁੱਖ ਦੇ ਮਨ ਦੀ, ਉਹਨੂੰ ਕਹਿੰਦੇ ਨੇ ਕੂਕਰ ਅਸਥੀ। ਕੂਕਰ ਅਸਥੀ, ਅਸਥੀ ਦਾ ਮਤਲਬ ਹੈ ਹੱਡੀ, ਕੂਕਰ ਦਾ ਮਤਲਬ ਹੈ ਕੁੱਤਾ। ਇੱਕ ਦਸ਼ਾ ਹੈ ਸਾਡੇ ਮਨ ਦੀ, ਉਹਨੂੰ ਕਹਿੰਦੇ ਨੇ ਕੂਕਰ ਅਸਥ ਦਸ਼ਾ, ਕੁੱਤੇ ਦੀ ਹੱਡੀ ਵਾਲੀ ਦਸ਼ਾ ਹੈ। ਕੁੱਤੇ ਦੀ ਹੱਡੀ, ਉਹ ਕਿਵੇਂ ਦੀ ਦਸ਼ਾ ਹੈ? ਸੰਸਾਰ ਦੇ ਸੰਬੰਧ ਵਿੱਚ ਉਹ ਦਸ਼ਾ ਹੈ। ਤੁਸੀਂ ਕਦੀ ਵੇਖਣਾ ਕਿ ਕਿਤੇ ਕਿਤੇ ਸ਼ਮਸ਼ਾਨ ਘਾਟ ਵਿੱਚ ਕਿਸੇ ਕਿਸੇ ਆਦਮੀ ਦੀ ਜਾਂ ਕਿਸੇ ਪਸ਼ੂ ਦੀ ਹੱਡੀ ਰੁਲ ਜਾਂਦੀ ਹੈ, ਬੜੀ ਪੁਰਾਣੀ, ਕਈ ਸਾਲਾਂ ਤੋਂ ਉਹਦੀ ਦੇਹ ਛੁੱਟੀ ਹੈ, ਮਰਿਆ ਹੈ, ਤੇ ਕਿਤੇ ਹੱਡੀ ਰਹਿ ਗਈ, ਉਹ ਕੁੱਤੇ ਦੇ ਹੱਥ ਵਿੱਚ ਆ ਗਈ, ਉਹਨੇ ਮੂੰਹ ਨਾਲ ਚੁੱਕ ਲਈ ਤੇ ਉਹਦੇ ਉੱਤੋਂ ਇੰਨੀਆਂ ਕੁ ਲੋਵਾਂ, ਇੰਨੀਆਂ ਧੁੱਪਾਂ ਤੇ ਮੀਂਹ ਲੰਘੇ ਕਿ ਉਹ ਬਿਲਕੁਲ ਸੁੱਕ ਚੁੱਕੀ ਹੈ। ਉਸ ਹੱਡੀ ਵਿੱਚ ਕੋਈ ਖੂਨ ਨਹੀਂ, ਕੋਈ ਮਾਸ ਨਹੀਂ, ਕੁਝ ਨਹੀਂ ਹੈ, ਪਰ ਹੈ ਹੱਡੀ। ਉਹ ਹੱਡੀ ਲੈ ਕੇ ਕੁੱਤਾ ਬੈਠ ਜਾਂਦਾ, ਤੁਸੀਂ ਕਈ ਵਾਰੀ ਵੇਖਿਆ ਹੋਵੇਗਾ ਬੈਠਾ, ਉਹਨੂੰ ਚੱਟਣ ਲੱਗ ਪੈਂਦਾ ਹੈ। ਹੁਣ ਉਹ ਹੱਡੀ ਜਿਹੜੀ ਹੈ ਨਾ, ਬਹੁਤ ਹੀ ਪੁਰਾਣੀ ਹੋ ਕੇ ਸਖਤ ਹੈ, ਖਰਵੀ ਹੈ। ਉਹ ਸਖਤ ਹੋਣ ਕਰਕੇ ਜਦੋਂ ਕੁੱਤਾ ਜੀਭ ਨਾਲ ਚੱਟਦਾ ਹੈ ਤੇ ਜੀਭ ਨਰਮ ਹੁੰਦੀ ਹੈ, ਉਸ ਜੀਭ ਤੇ ਜ਼ਖਮ ਪੈ ਜਾਂਦਾ ਹੈ। ਜ਼ਖਮ ਪੈਣ ਨਾਲ ਕੁੱਤੇ ਦੀ ਜੀਭ ਵਿੱਚੋਂ ਖੂਨ ਰਿਸਣ ਲੱਗ ਪੈਂਦਾ ਹੈ। ਹੁਣ ਜਿਉਂ-ਜਿਉਂ ਚੱਟਦਾ ਉਹ ਖੂਨ ਵੱਧਦਾ ਹੈ, ਪਰ ਉਸ ਖੂਨ ਦੇ ਸਵਾਦ ਵਿੱਚ ਉਹਨੂੰ ਇੱਕ ਅਗਿਆਨ ਵਿੱਚ ਡਿੱਗ ਪੈਂਦਾ ਹੈ। ਉਹ ਸੋਚਦਾ ਵੀ ਇਹ ਖੂਨ ਹੱਡੀ ਵਿੱਚੋਂ ਆ ਰਿਹਾ ਹੈ, ਉਹਨੂੰ ਇਹ ਨਹੀਂ ਪਤਾ ਤੇ ਤੇਰੀ ਜੀਭ ਵਿੱਚੋਂ ਨਿਕਲ ਰਿਹਾ ਹੈ। ਆਪਣੀ ਜੀਭ ਦੇ ਖੂਨ ਨੂੰ ਚੱਟੀ ਜਾਂਦਾ ਹੈ, ਹੱਡੀ ਤੋਂ ਚੱਟੀ ਜਾਂਦਾ ਹੈ। ਜਿੰਨਾ ਕੁ ਪਦਾਰਥ ਦਾ ਸਵਾਦ ਅਸੀਂ ਸੋਚਦੇ ਹਾਂ ਬਾਹਰੋਂ ਆ ਰਿਹਾ ਹੈ, ਅਸੀਂ ਵੇਖਦੇ ਹਾਂ ਬਾਹਰ ਕੋਈ ਅਸੀਂ ਤਸਵੀਰ ਵੇਖ ਰਹੇ ਹਾਂ ਉਹਦੇ ਕਰਕੇ ਸਵਾਦ ਹੈ, ਬਿਲਕੁਲ ਗਲਤ ਹੈ। ਬਾਹਰਲੀ ਤਸਵੀਰ ਕਰਕੇ ਸਵਾਦ ਨਹੀਂ, ਉਹ ਬੰਦੇ ਦੀ ਆਪਣੀ ਹੀ ਜੀਭ ਦਾ ਖੂਨ ਹੈ। ਬਾਹਰ ਤੇ ਸਿਰਫ ਸਾਧਨ ਬਣਿਆ, ਹੋਰ ਕੱਖ ਵੀ ਨਹੀਂ ਹੈ, ਬਾਹਰੋਂ ਨਹੀਂ ਕੋਈ ਸਵਾਦ ਆਉਂਦਾ। ਜਿਹੜੇ ਸੰਸਾਰ ਦੇ ਭੋਗ ਨੇ ਉਹਨਾਂ ਦਾ ਰਸ ਵੀ ਬਾਹਰ ਨਹੀਂ, ਬੰਦੇ ਦੇ ਅੰਦਰ ਹੀ ਹੈ। ਉਹ ਸੋਚਦਾ ਮੈਂ ਫਲਾਣੀ ਚੀਜ਼ ਵੇਖੀ ਉਹਦੇ ਕਰਕੇ ਬੜਾ ਸਵਾਦ ਆਇਆ, ਨਹੀਂ, ਉਹਦੀ ਅੱਖ ਦਾ ਧੋਖਾ ਹੈ। ਉਹ ਸਵਾਦ ਉਹਦੇ ਅੰਦਰ ਹੀ ਹੈ, ਕਿਤੇ ਪਿਆ ਹੋਇਆ, ਉਹ ਅੰਦਰੋਂ ਵਰਤੋਂ ਕਰ ਰਿਹਾ, ਬਾਹਰ ਤੇ ਸਿਰਫ ਹੱਡੀ ਹੈ। ਇਸੇ ਤਰ੍ਹਾਂ ਖਾਣ ਦਾ ਸਵਾਦ, ਜੀਭ ਦਾ ਰਸ ਹੈ, ਉਹ ਵੀ ਸੋਚਦਾ ਬਾਹਰੋਂ ਆ ਰਿਹਾ ਹੈ,
ਬਾਹਰੋਂ ਉਸ ਨੂੰ ਕੋਈ ਸਵਾਦ ਨਹੀਂ ਆਉਂਦਾ, ਉਹ ਵੀ ਅੰਦਰੋਂ ਆ ਰਿਹਾ। ਖਾਣ ਦਾ ਸਵਾਦ ਬਾਹਰੋਂ ਨਹੀਂ ਆਉਂਦਾ, ਉਹ ਤੇ ਸਿਰਫ ਸਾਧਨ ਹੈ, ਕੱਖ ਵੀ ਨਹੀਂ। ਉਹ ਤੁਸੀਂ ਕਈ ਵਾਰੀ ਵੇਖਣਾ ਕਿ 10 ਦਿਨ ਬੰਦੇ ਨੂੰ ਬੁਖਾਰ ਰਵੇ, ਬੁਖਾਰ ਤੋਂ ਉੱਠਦਾ ਹੈ ਤੇ ਉਸ ਨੂੰ ਰੋਟੀ ਚੰਗੀ ਨਹੀਂ ਲੱਗਦੀ, ਬੇਸਵਾਦ ਲੱਗਦੀ ਹੈ। ਤੇ ਉਹੀ ਰੋਟੀ ਜਿਹਦੇ ਵਿੱਚੋਂ ਸੁਗੰਧੀ ਆਉਂਦੀ ਸੀ, ਬੇਸਵਾਦ ਕਿਉਂ, ਬੇਰਸੀ ਕਿਉਂ, ਫਿੱਕੀ ਕਿਉਂ? ਕਿਉਂਕਿ ਬੁਖਾਰ ਨੇ ਉਹਦੇ ਤੱਤ ਜਿਹੜੇ ਰਸ ਸਨ ਨਾ, ਬੰਦੇ ਦੀ ਜੇਬਾਂ ਤੇ ਪਾਣੀ ਆਉਂਦਾ ਹੈ ਜਿਹੜਾ ਉਹਨੂੰ ਸਵਾਦ ਦਿੰਦਾ ਹੈ, ਉਹ ਸੁੱਕ ਗਿਆ ਬੁਖਾਰ ਕਰਕੇ, ਦਵਾਈਆਂ ਕਰਕੇ। ਹੁਣ ਉਸ ਨੂੰ ਰੋਟੀ ਵੀ ਕਸੈਲੀ ਲੱਗਦੀ ਹੈ। ਸਵਾਦ ਰੋਟੀ ਕਰਕੇ ਨਹੀਂ, ਬੰਦੇ ਦੇ ਸਰੀਰ ਦੇ ਵਿੱਚ ਸੰਸਾਰ ਦੇ ਜਿੰਨੇ ਵੀ ਭੋਗ ਨੇ ਉਹ ਵੀ ਅੰਦਰੋਂ ਹੀ ਰਸ ਦਿੰਦੇ ਨੇ, ਬਾਹਰ ਕੁਝ ਵੀ ਨਹੀਂ ਹੈ। ਤੇ ਜਿਨ੍ਹਾਂ ਨੂੰ ਅੰਦਰ ਨਾਮ ਨਾਲ ਸਾਂਝ ਪਾਉਣ ਦੀ ਦਾਤ ਗੁਰੂ ਨੇ ਦੇ ਦਿੱਤੀ, ਉਹਨਾਂ ਨੂੰ ਬਾਹਰੋਂ ਫਿਰ ਰਸ ਖੋਜਣੇ ਨਹੀਂ ਪੈਂਦੇ, ਉਹ ਸ਼ਬਦ ਦੁਆਰਾ ਅੰਦਰੋਂ ਸਾਰੇ ਰਸ ਪੂਰੇ ਕਰ ਲੈਂਦੇ ਨੇ, ਅੰਦਰੋਂ ਉਹਨਾਂ ਦੀ ਪੂਰਤੀ ਹੋ ਜਾਂਦੀ ਹੈ। ਸੰਸਾਰ ਵਿੱਚ ਇੱਕ ਭੁਲੇਖਾ ਹੈ ਵੀ ਆਹ ਧਰਮੀ ਬੰਦੇ ਬੇਰਸ ਰਹਿੰਦੇ, ਨਹੀਂ। ਜਿੰਨਾ ਰਸ ਉਹਨਾਂ ਕੋਲ, ਉਹਨਾਂ ਸੰਸਾਰੀਆਂ ਕੋਲ ਨਹੀਂ ਹੈ। ਕਿਉਂਕਿ ਸੰਸਾਰੀਆਂ ਦਾ ਰਸ ਤੇ ਉਹਨਾਂ ਦੇ ਸਰੀਰ ਨਾਲ ਜਾਂ ਕਿਸੇ ਸਾਧਨ ਨਾਲ ਜੁੜਿਆ। ਬਾਹਰੋਂ ਸ਼ਰਾਬ ਮਿਲੇਗੀ ਤਾਂ ਸ਼ਾਮ ਨੂੰ ਸਰੂਰ, ਨਹੀਂ ਤੇ ਚਿਹਰਾ ਇਸ ਤਰ੍ਹਾਂ ਜਿਵੇਂ ਸਵਾਹ ਮਲੀ ਹੁੰਦੀ ਹੈ। ਅਫੀਮ ਚੀ ਨੂੰ ਅਫੀਮ ਮਿਲੇਗੀ ਤਾਂ ਤੁਰੇਗਾ, ਨਹੀਂ ਤੇ ਡਿੱਗ ਪਿਆ, ਮੁਰਦਾ ਹੋ ਗਿਆ। ਜੇ ਕੋਈ ਵੇਖਣ ਦਾ ਕਿਸੇ ਨੂੰ ਰਸ ਮਿਲ ਗਿਆ ਠੀਕ ਹੈ, ਨਹੀਂ ਤੇ ਇਸ ਤਰ੍ਹਾਂ ਹੋ ਜਾਏਗਾ ਜਿਵੇਂ ਸ਼ਮਸ਼ਾਨ ਘਾਟ ਵਿੱਚ ਮੁਰਦਾ ਪਿਆ। ਪਰ ਧਰਮੀ ਨੂੰ ਕਿਸੇ ਬਾਹਰਲੇ ਸਾਧਨ ਦੀ ਲੋੜ ਨਹੀਂ ਹੈ। ਉਹਨੇ ਆਪਣੀ ਕਿਸੇ ਅੰਦਰਲੀ ਰਬਾਬ ਨੂੰ ਸੁਰ ਕਰ ਲਿਆ। ਉਹ ਜਿਉਂ ਹੀ ਬੈਠਦਾ, ਉਹਦੀ ਤਾਰ ਦੇ ਉੱਤੇ ਉਹਦੀਆਂ ਉਂਗਲਾਂ ਫਿਰਦੀਆਂ ਨੇ, ਉਹ ਰਸ ਸ਼ੁਰੂ ਹੋ ਜਾਂਦਾ ਹੈ। ਉਹਨੂੰ ਕਿਸੇ ਸਾਧਨ ਦੀ ਜ਼ਰੂਰਤ ਨਹੀਂ ਹੈ, ਉਹਦੇ ਕੋਲ ਹੈ ਅੰਦਰ। ਉੱਥੋਂ ਫਿਰ ਉਹ ਸਰੀਰ ਦੇ ਰਸ ਵੀ ਖਿੱਚ ਲੈਂਦਾ ਹੈ। ਸਾਰੇ ਮਨੋਰੰਜਨ ਉਸ ਨੂੰ ਪ੍ਰਾਪਤ ਹੋ ਜਾਂਦੇ ਨੇ। ਇਸ ਕਰਕੇ ਉਸ ਨੂੰ ਦੁਨੀਆ ਦਾ ਬਾਦਸ਼ਾਹ ਕਿਹਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਰਾਜਾ ਕਿਉਂ ਕਿਹਾ? ਰਾਜੇ ਕੌਣ ਹੁੰਦੇ ਨੇ? ਜਿਨ੍ਹਾਂ ਕੋਲ ਸਾਰੇ ਸਾਧਨ ਨੇ ਮਨੋਰੰਜਨ ਦੇ। ਰਾਜੇ ਦਾ ਅਰਥ ਕੀ ਹੈ? ਜੋ ਜਿੱਧਰ ਜਾਏ, ਜੋ ਖਾਣਾ ਚਾਹੁੰਦਾ ਉਹਦਾ ਰਸ ਮਿਲ ਜਾਏ, ਜੋ ਵੇਖਣਾ ਚਾਹੁੰਦਾ ਉਹ ਮਿਲ ਜਾਏ, ਜੋ ਸਪਰਸ਼ ਕਰਨਾ ਚਾਹੁੰਦਾ ਉਹ ਮਿਲ ਜਾਏ, ਜੋ ਪਹਿਨਣਾ ਚਾਹੁੰਦਾ ਉਹ ਮਿਲ ਜਾਏ। ਤਾਂ ਇਹ ਸਾਰੀਆਂ ਦਾਤਾਂ, ਕਿਉਂਕਿ ਇਹ ਸਾਰੀਆਂ ਹੀ ਚੀਜ਼ਾਂ ਨਾਮ ਵਿੱਚੋਂ ਪੈਦਾ ਹੋਈਆਂ ਨੇ। ਸੰਸਾਰ ਨਾਮ ਵਿੱਚੋਂ ਬਣਿਆ ਤੇ ਨਾਮ ਵਿੱਚੋਂ ਸੰਸਾਰ ਦੇ ਰਸ ਵੀ ਖਿੱਚੇ ਜਾ ਸਕਦੇ ਨੇ। ਇਸ ਲਈ ਉਹ ਤ੍ਰਿਪਤ ਰਹਿੰਦੇ ਨੇ ਲੋਕ। ਮੈਂ ਬੇਨਤੀ ਕਰ ਰਿਹਾ ਸੀ, ਉਹ ਕੂਕਰ ਉਸ ਕੱਪੜੇ ਵਿੱਚ ਕੁਝ ਵੀ ਨਹੀਂ, ਪਰ ਚਾਹਤ ਦੇ ਅਧੀਨ, ਰਸ ਦੇ ਅਧੀਨ ਉਧਰ ਤੁਰਿਆ ਜਾ ਰਿਹਾ। ਕਬੀਰ ਜੀ ਕਹਿੰਦੇ ਨੇ, ਸੁਰ ਹੈ ਕਿ ਜੈਸੀ ਤੇਰੀ ਚਾਲ, ਤੇਰੀ ਪੂੰਛਟ ਉੱਪਰ ਝਮਕ ਬਾਲ। ਉਸ ਕੁੱਤੇ ਦਾ ਜ਼ਿਕਰ ਕਰਦੇ ਨੇ। ਚਾਕੀ ਚਾਟੈ ਚੂਨ ਖਾਹੇ, ਚੱਕੀ ਚੱਟੀ ਤੇ ਚੂਨ ਦਾ ਅਰਥ ਹੈ ਆਟਾ ਵੀ ਖਾ ਲਿਆ। ਚਾਕੀ ਕਾ ਚੀਥਰਾ ਕਹਾਂ ਲੈ ਜਾਏ, ਪਰ ਚੱਕੀ ਦਾ ਚੀਥਰਾ, ਉਹ ਕੱਪੜਾ ਜਿਹਦੇ ਨਾਲ ਚੱਕੀ ਸਾਫ਼ ਕਰੀ ਦੀ, ਕਿੱਧਰ ਲੈ ਕੇ ਜਾਣੇ। ਛੀਕੇ ਪਰ ਤੇਰੀ ਬਹੁਤ ਡੀਠ, ਮਤ ਲੱਕੜੀ ਸੋਟਾ ਪਰੈ ਤੇਰੀ ਪੀਠ। ਕਬੀਰ ਸਾਹਿਬ ਕਹਿੰਦੇ, ਹੁਣ ਤੂੰ ਹੱਦ ਤੋਂ ਵੱਧ ਗਿਆ। ਹੁਣ ਤੇ ਤੈਨੂੰ ਘਰ ਦੇ ਕਿਸੇ ਨੇ ਵੇਖ ਕੇ ਲੱਕੜੀ ਜਾਂ ਸੋਟਾ ਤੇਰੀ ਪਿੱਠ ਤੇ ਪਏਗਾ। ਜਦੋਂ ਇਹ ਸ਼ਬਦ ਉਚਾਰਿਆ, ਕਿਉਂਕਿ ਕਬੀਰ ਸਾਹਿਬ ਨੂੰ ਪਤਾ ਹੈ ਕਿ ਇਸ ਸ਼ਬਦ ਨੂੰ ਸੁਣ ਕੇ, ਸਮਝ ਕੇ ਕਈ ਵਾਰੀ ਗਲਤ ਰਾਹ ਤੇ ਬੰਦਾ ਝੂਠੇ ਵਿਰਾਗ ਵਿੱਚ ਫਸੇਗਾ, ਉਦਾਸੀ ਵਿੱਚ ਚਲਾ ਜਾਏਗਾ। ਉਹ ਕਹੇਗਾ ਕੰਮ ਦੀ ਲੋੜ ਨਹੀਂ, ਕਿਰਤ ਦੀ ਲੋੜ ਨਹੀਂ, ਖਾਣ ਦੀ ਲੋੜ ਨਹੀਂ। ਉੱਥੇ ਕਬੀਰ ਜੀ ਨੇ ਕਿਹਾ, ਕਹਿਤ ਕਬੀਰ ਭੋਗ ਭਲੇ ਕੀਨ। ਭੋਗ ਕਰ, ਭਲੇ ਦਾ ਅਰਥ ਹੈ ਜੋ ਤੇਰੇ ਅਨੁਸਾਰ ਹੈ, ਜੋ ਤੇਰਾ ਹੈ, ਜੋ ਤੇਰੇ ਸੰਜੋਗ ਵਿੱਚ ਹੈ। ਇਸ ਘਰ ਮੈਂ ਹੈ ਸੋ ਤੂੰ ਢੂੰਡ ਖਾਹੇ, ਔਰ ਕਿਸੀ ਕੇ ਤੂੰ ਮਤ ਹੀ ਜਾਹੇ। ਇਸ ਘਰ ਦਾ ਕੀ ਮਤਲਬ ਹੈ? ਇਸ ਘਰ ਦਾ ਮਤਲਬ ਹੈ ਤੇਰੀ ਪ੍ਰਾਲਬੱਧ, ਤੇਰਾ ਭਾਗ। ਉਹਦੇ ਵਿੱਚ ਜਿਹੜਾ ਪਦਾਰਥ ਤੈਨੂੰ ਸਹਿਜ ਹੀ ਮਿਲ ਰਿਹਾ ਹੈ, ਉਹ ਹੀ ਤੇਰਾ ਹੈ। ਉਹਨੂੰ ਵਰਤੋਂ ਕਰ। ਜੋ ਮਿਲਦਾ ਹੈ ਉਹਨੂੰ ਵਰਤ ਲੈ। ਜੋ ਕੁਝ ਨਹੀਂ ਮਿਲਦਾ ਉਹਦੇ ਵਾਸਤੇ ਕਲਪੀ ਨਾ। ਸੁਖ ਇਸ ਤੋਂ ਵੱਡਾ ਹੋਰ ਕੋਈ ਵੀ ਨਹੀਂ ਹੈ। ਉਦਮ ਕਰ, ਕਿਰਤ ਕਰ, ਯਤਨ ਕਰ, ਤੇ ਜੋ ਕੁਝ ਤੈਨੂੰ ਮਿਲਦਾ ਹੈ ਉਹਨੂੰ ਵਰਤ। ਤੇ ਉਹਨੂੰ ਵਰਤਨ ਦੀ ਵੀ ਜਾਚ ਦੱਸੀ ਸਤਿਗੁਰੂ ਨੇ, ਭਾਵੇਂ ਭਾਗ ਵਿੱਚ ਹੋਵੇ ਵੀ ਨਾ। ਇਹਦੇ ਅਰਥ ਇਹ ਨਹੀਂ ਕਿ ਸਾਡੇ ਭਾਗ ਵਿੱਚ ਬੜਾ ਕੁਝ ਰੱਬ ਨੇ ਲਿਖਿਆ ਜੀ। ਕਹਿੰਦੇ ਰੱਬ ਨੇ ਦਿੱਤਾ, ਮੌਜ ਕਰੋ, ਆਨੰਦ ਕਰੋ। ਗੁਰੂ ਦਾ ਹੁਕਮ ਇਹ ਨਹੀਂ ਹੈ।
ਉਹ ਕਹਿੰਦੇ ਨੇ ਜਿੰਨੀ ਤੇਰੀ ਲੋੜ ਉਹਦੀ ਵਰਤੋਂ ਕਰ ਤੇ ਅੱਗੋਂ ਵਾਸਤੇ ਹੋਰ ਖਜ਼ਾਨਾ ਇਕੱਠਾ ਕਰ ਲੈ। ਰੱਬ ਦੇ ਪਿਆਰਿਆਂ ਦੇ ਬਚਨ ਸਨ। ਉਹਨਾਂ ਨੇ ਬਚਨ ਕਹਿਣ ਲੱਗੇ ਪਹਿਲਾਂ ਬੀਜਿਆ ਸੀ ਹੁਣ ਖਾ ਰਹੇ ਹੋ। ਤੇ ਉਦਾਹਰਨ ਬੜੀ ਸੋਹਣੀ ਦਿੱਤੀ। ਕਹਿਣ ਲੱਗੇ ਤੁਸੀਂ ਕਦੀ ਵੇਖਣਾ ਜ਼ਿਮੀਂਦਾਰ ਦੀ ਅਜੇ ਕਣਕ ਖੜੀ ਹੁੰਦੀ ਹੈ, ਜਦੋਂ ਕਣਕ ਬੀਜਦਾ, ਅੱਜ ਕੱਲ੍ਹ ਕਣਕਾਂ ਨੇ ਤੁਸੀਂ ਵੇਖੋ ਖੜੀਆਂ ਨੇ, ਕਣਕ ਅਜੇ ਖੜੀ ਏ ਤੇ ਉਹ ਪਹਿਲਾਂ ਹੀ ਦੁਕਾਨ ਤੇ ਜਾ ਕੇ ਬੀਜ ਵਾਲੇ ਤੋਂ ਪਤਾ ਕਰਦਾ ਵੀ ਝੋਨੇ ਦਾ ਬੀਜ ਕਿਹੜਾ ਵਧੀਆ ਆ ਗਿਆ ਹੈ। ਅਜੇ ਖੜੀ ਕਣਕ ਹੁੰਦੀ ਹੈ ਤੇ ਉਹ ਪਨੀਰੀ ਬੀਜ ਦਿੰਦਾ ਝੋਨੇ ਦੀ, ਕਿਉਂਕਿ ਉਹਨੂੰ ਪਤਾ ਕਣਕ ਵੱਢਾਂਗੇ ਅੱਗੋਂ ਫਿਰ ਝੋਨਾ ਲਾਉਣਾ ਹੈ। ਉਹ ਕਹਿੰਦੇ ਨੇ ਅੱਜ ਤੇ ਅਜੇ ਤੈਨੂੰ ਭਾਵੇਂ ਲੋੜ ਨਹੀਂ ਦਿਸਦੀ, ਅਜੇ ਤੇ ਪਿਛਲੀ ਫਸਲ ਖੜੀ ਤੂੰ ਖਾਈ ਜਾਂਦਾ, ਪਿਛਲਾ ਭਾਗ ਸੀ ਤੇਰਾ ਖਾਈ ਜਾਂਦਾ। ਹੁਣ ਅੱਗੋਂ ਜਿਹੜਾ ਸਮਾਂ ਆ ਜਾਏਗਾ ਜਦੋਂ ਤੇਰੇ ਕੋਲ ਕੁਝ ਨਹੀਂ ਹੋਏਗਾ, ਉਦੋਂ ਕਿਹੜੀ ਚੀਜ਼ ਵਰਤੇਂਗਾ। ਇਹ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਇੱਕ ਸੰਤ ਦੀ ਵਿਆਖਿਆ ਹੈ, ਜਿਹਦੇ ਵਿੱਚ ਉਹ ਕਹਿੰਦੇ ਨੇ ਜਿਨੇ ਐਸਾ ਹਰ ਨਾਮ ਨਾ ਚੇਤਿਓ ਸੇ ਕਾਹੇ ਜਗ ਆਏ ਰਾਮ ਰਾਜੇ। ਇਹ ਮਾਨਸ ਜਨਮ ਦੁਲੰਭ ਹੈ, ਨਾਮ ਬਿਨਾ ਬਿਰਥਾ ਸਭ ਜਾਏ। ਹੁਣ ਵੱਤੈ ਹਰ ਨਾਮ ਨਾ ਬੀਜਿਓ ਅੱਗੇ ਭੁੱਖਾ ਕਿਆ ਖਾਏ। ਮਨ ਮੁਖਾਂ ਨੂੰ ਫੇਰ ਜਨਮ ਹੈ ਨਾਨਕ ਹਰ ਭਾਏ। ਬੀਜਣ ਦਾ ਮਤਲਬ ਹੈ ਕਿ ਤੇਰੇ ਭਾਗ ਵਿੱਚ ਜੇ ਪਦਾਰਥ ਵੀ ਹੈ ਤੇ ਜਿੰਨਾ ਸਰੀਰ ਨੂੰ ਲੋੜ ਮੁਤਾਬਕ ਚਾਹੀਦਾ ਉਹਨਾਂ ਕੁ ਰੱਖ, ਬਾਕੀ ਦੇ ਨੂੰ ਸੰਸਾਰ ਵਿੱਚ ਵੰਡ ਦੇ। ਇਹ ਗੁਰਮਤ ਦਾ ਸਿਧਾਂਤ ਹੈ। ਜੋ ਤੇਰੀ ਲੋੜ ਹੈ, ਜਿੰਨੀ ਤੇਰੀ ਜ਼ਰੂਰਤ ਹੈ, ਜਿੰਨਾ ਤੈਨੂੰ ਚਾਹੀਦਾ ਹੈ, ਉਹਨਾਂ ਕੁ ਰੱਖ। ਔਰ ਮੈਂ ਬੇਨਤੀ ਕਰ ਰਿਹਾ ਸਾਂ, ਫਰੀਦ ਸਾਹਿਬ ਦੇ 2 ਸ਼ਲੋਕ ਨੇ ਔਰ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਦਾ ਸ਼ਲੋਕ ਉਸ ਨਾਲ ਸੰਬੰਧਿਤ ਹੈ, ਜਿਹਦੇ ਵਿੱਚ ਉਹ ਕਹਿੰਦੇ ਨਰ ਚਾਹਤ ਕਛ ਔਰੇ ਕੀ ਔਰੇ ਪਈ। ਆਪਣੀ ਚਾਹਤ ਨੂੰ, ਆਪਣੀ ਇੱਛਾ ਨੂੰ ਪਰਮਾਤਮਾ ਦੀ ਇੱਛਾ ਨਾਲ ਜੋੜਨ ਦੀ ਜਾਚ ਸਿੱਖ ਲੈ। ਉਹ ਕੀ ਚਾਹੁੰਦਾ ਹੈ, ਮੈਂ ਕੀ ਚਾਹੁੰਦਾ ਹਾਂ। ਤੇ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਰੁੱਖੀ ਸੁੱਖੀ ਖਾਏ ਕੈ ਠੰਡਾ ਪਾਣੀ ਪੀਓ। ਰੁੱਖੀ ਸੁੱਖੀ ਦਾ ਮਤਲਬ ਜੋ ਤੇਰੇ ਕੋਲ ਹੈ ਉਹਦੇ ਵਿੱਚੋਂ ਲੋੜ ਮਾਤਰ ਵਰਤੋਂ ਕਰ। ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ। ਜੀਵਨ ਦੇ ਵਿੱਚ ਜੋ ਕੁਝ ਕੋਈ ਹੋਰ ਵਰਤ ਰਿਹਾ ਹੈ ਉਹਦੇ ਵੱਲੋਂ ਵੇਖ ਕੇ ਆਪਣੀ ਜਿੰਦ ਨੂੰ ਤਰਸਾ ਨਾ, ਕਿਉਂਕਿ ਇਸ ਵਰਗਾ ਹੋਰ ਕੋਈ ਪਾਪ ਨਹੀਂ ਹੈ। ਇਹਨੂੰ ਕਹਿੰਦੇ ਨੇ ਆਤਮ ਗਿਲਾਨੀ ਪਾਪ। ਕਈ ਪ੍ਰਕਾਰ ਦੇ ਪਾਪ ਨੇ। ਆਤਮ ਗਿਲਾਨੀ ਪਾਪ, ਆਤਮ ਗਿਲਾਨੀ ਦਾ ਮਤਲਬ ਹੈ ਆਪਣੇ ਆਤਮ ਨੂੰ ਕੋਹਣਾ, ਵਾਰ-ਵਾਰ ਕਲਪਿਤ ਕਰਨਾ ਅੰਦਰ ਕਿਸੇ ਚੀਜ਼ ਵਾਸਤੇ। ਇਹ ਬਹੁਤ ਵੱਡਾ ਅਧਿਆਤਮਕ ਦੁਨੀਆ ਦਾ ਅਪਰਾਧ ਹੈ। ਆਪਣੇ ਮਨ ਨੂੰ ਵਾਰ-ਵਾਰ ਕੋਈ ਜਾਣਾ, ਤ੍ਰਿਪਤੀ ਵਿੱਚ ਰਹਿਣਾ ਅਧਿਆਤਮਕ ਦੁਨੀਆ ਦਾ ਪੁੰਨ ਹੈ। ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ। ਇਸ ਤੋਂ ਅਗਲਾ ਸ਼ਲੋਕ ਕਿਹਾ ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਭੁੱਖ। ਰੋਟੀ ਮੇਰੀ ਕਾਠ ਕੀ, ਕਾਠ ਕਹਿੰਦੇ ਨੇ ਲੱਕੜ ਦੇ। ਕਹਾਣੀਆਂ ਬਣਾਈਆਂ ਗਈਆਂ ਨੇ ਸਮਝਾਉਣ ਵਾਸਤੇ, ਔਰ ਉਹਨਾਂ ਨੇ ਕਿਹਾ ਕਾਠ ਦੀ ਰੋਟੀ ਖਾ। ਤੇ ਲਾਵਣ ਦਾ ਅਰਥ ਹੈ ਸਲੂਣਾ। ਇਹ ਸ਼ਬਦ ਪਹਿਲਾਂ ਵਰਤਿਆ ਜਾਂਦਾ ਸੀ ਸਮਝਣ ਵਾਸਤੇ। ਸਲੂਣੇ ਦਾ ਅਰਥ ਹੈ ਸਵਾਦ ਸਬਜ਼ੀ, ਤੇ ਕਾਠ ਦੀ ਰੋਟੀ ਦਾ ਅਰਥ ਫਰੀਦ ਸਾਹਿਬ ਕਹਿੰਦੇ ਲਾਵਣ ਮੇਰੀ ਭੁੱਖ। ਭੁੱਖ ਨੂੰ ਮੈਂ ਸਬਜ਼ੀ ਬਣਾਇਆ, ਤੇ ਦੂਸਰੇ ਪਾਸੇ ਰੋਟੀ ਮੇਰੀ ਕਾਠ ਕੀ, ਇਹਦੇ ਨਾਲ ਵੀ ਭੁੱਖ ਸ਼ਬਦ ਜੁੜ ਜਾਏਗਾ। ਅੱਗੇ ਸ਼ਬਦ ਆਇਆ ਨਾ ਲਾਵਣ ਮੇਰੀ ਭੁੱਖ। ਕਹਿੰਦੇ ਜਦੋਂ ਮੈਨੂੰ ਭੁੱਖ ਲੱਗਦੀ ਏ ਉਦੋਂ ਜਿਵੇਂ ਦੀ ਰੋਟੀ ਹੋਵੇ ਉਹ ਹੀ, ਭਾਵੇਂ ਲੱਕੜ ਵਰਗੀ ਆਕੜੀ ਹੋਵੇ, ਉਹ ਸਵਾਦ ਬਣ ਜਾਂਦੀ ਹੈ। ਜੇ ਭੁੱਖ ਹੈ, ਭੁੱਖ ਇੱਕ ਨਿਆਮਤ ਹੈ। ਇਹ ਕੁਝ ਚੀਜ਼ਾਂ ਨੇ। ਗਰੀਬ ਬੰਦੇ ਕੋਲ ਕਿਹੜੀ ਦੌਲਤ ਹੈ? ਅਸੀਂ ਕਹਿੰਦੇ ਹਾਂ ਫਲਾਣੇ ਬੰਦੇ ਕੋਲ ਖਾਣ ਲਈ ਵਧੀਆ ਰੋਟੀ ਹੈ, ਕੋਈ ਫਰਕ ਨਹੀਂ ਹੈ। ਜਿਹੜਾ ਬੰਦਾ ਦਿਹਾੜੀ ਕਰਦਾ ਹੈ, ਸੜਕ ਤੇ ਕੰਮ ਕਰਦਾ ਹੈ ਜਾਂ ਸਾਰਾ ਦਿਨ ਕੰਮ ਕਰਦਾ, ਉਹਦੇ ਵਿੱਚ ਉਹਨੂੰ ਕੁਦਰਤ ਨੇ ਗਿਫਟ ਦਿੱਤੀ ਹੈ 2 ਚੀਜ਼ਾਂ ਦੀ, ਜਿਹੜੀ ਬੰਦੇ ਦੇ ਅੰਦਰ ਹੀ ਹੈ। ਉਹਨੂੰ 2 ਤਰ੍ਹਾਂ ਦੀ ਗਿਫਟ ਪਰਮਾਤਮਾ ਨੇ ਦਿੱਤੀ ਹੈ।
ਉਹ ਇੱਕ ਹੈ ਤੇਜ਼ ਭੁੱਖ ਦਾ ਲੱਗਣਾ, ਕਿਉਂਕਿ ਜਦੋਂ ਕੰਮ ਕਰਦਾ ਤੇ ਉਹਦੇ ਸਰੀਰ ਵਿੱਚ ਵਰਗਿਸ਼ ਹੁੰਦੀ, ਉਹਨੂੰ ਤੇਜ਼ ਭੁੱਖ ਲੱਗਦੀ ਹੈ। ਉਹਦੇ ਉੱਤੇ ਜਿਵੇਂ ਦੀ ਰੋਟੀ ਖਾਧੀ ਜਾਏ ਉਹ ਉਹਦੇ ਸਰੀਰ ਦੇ ਵਿੱਚ ਨਿਆਮਤ ਬਣ ਜਾਂਦੀ ਹੈ, ਭੁੱਖ ਲੱਗੀ ਹੋਈ ਤੇ। ਦੂਸਰੇ ਪਾਸੇ ਇੱਕ ਬੰਦੇ ਕੋਲ ਧਨ ਦੀ ਕੋਈ ਕਮੀ ਨਹੀਂ, ਮਾਇਆ ਦੇ ਅੰਬਾਰ ਲੱਗੇ ਨੇ, ਫਰਿੱਜ ਭਰੀ ਹੈ, ਕਿੰਨਾ ਕੁਝ ਹੈ ਉਹਦੇ ਕੋਲ, ਬਹੁਤ ਕੁਝ ਉਹਦੇ ਕੋਲ ਹੈ, ਪਰ ਉਹ ਸਾਰਾ ਦਿਨ ਖਾ ਖਾ ਕੇ ਉਹਨੂੰ ਭੁੱਖ ਨਹੀਂ ਲੱਗਦੀ। ਰੋਟੀ ਖਾਣੀ ਹੁੰਦੀ ਹੈ, ਅਮੀਰ ਬੰਦੇ ਦੇ ਅੱਗੇ ਰੱਖੋ, ਇਸ ਤਰ੍ਹਾਂ ਮੂੰਹ ਕਰਦਾ ਜਿਵੇਂ 20 ਸਾਲ ਦੀ ਕੈਦ ਹੋ ਗਈ ਉਸਨੂੰ, ਕਿਉਂਕਿ ਖਾਣ ਨੂੰ ਚਿੱਤ ਨਹੀਂ ਕਰਦਾ। ਕੀ ਕਰੇ, ਕੰਮ ਕਰਨ ਨੂੰ ਨਹੀਂ ਹੈ, ਖਾਣ ਵਾਸਤੇ ਵਧੀਆ ਹੈ। ਇਹ ਪਦਾਰਥ ਹੈ ਕਿ ਕੈਦ, ਇਹਦੀ ਵਰਤੋਂ ਉਸਨੂੰ ਕਰਨ ਦੀ ਜਾਚ ਨਹੀਂ ਆਈ। ਇਹ ਜਿਹੜਾ ਪਦਾਰਥ ਸੀ, ਇਹ ਜਿਹੜੀ ਰਜੇਵਾਂ ਸੀ, ਇਹ ਉਹਦੇ ਵਾਸਤੇ ਦੁੱਖ ਬਣ ਗਿਆ। ਪਰ ਗਰੀਬ ਆਦਮੀ ਨੂੰ ਇੱਕ ਨਿਆਮਤ ਹੈ ਕੁਦਰਤ ਵੱਲੋਂ ਕਿ ਉਹਨੂੰ ਤੇਜ਼ ਭੁੱਖ ਲੱਗਦੀ ਹੈ। ਤੇਜ਼ ਭੁੱਖ ਲੱਗਣ ਕਰਕੇ ਉਹ ਜਿਵੇਂ ਦੀ ਰੋਟੀ ਉਸ ਨੂੰ ਰੁੱਖੀ ਸੁੱਖੀ ਮਿਲਦੀ, ਉਹਦੇ ਵਾਸਤੇ, ਸਰੀਰ ਵਾਸਤੇ ਉਹ ਦਵਾਈ ਬਣ ਜਾਂਦੀ ਹੈ। ਦੂਸਰੇ ਪਾਸੇ ਉਹਨੂੰ ਮਿਹਨਤ ਕਰਨ ਤੋਂ ਬਾਅਦ ਬੜੀ ਗਾੜੀ ਨੀਂਦ ਆਉਂਦੀ ਹੈ, ਜਿਸ ਗਾੜੀ ਨੀਂਦ ਦੇ ਵਿੱਚ ਦਿਮਾਗ ਦੇ ਬਹੁਤੇ ਰੋਗ ਨਸ਼ਟ ਹੋ ਜਾਂਦੇ ਨੇ। ਗੂੜੀ ਨੀਂਦ ਤੋਂ ਬਿਨਾਂ ਅੱਜ ਦਾ ਮਨੁੱਖ ਬੇਚੈਨ ਹੀ ਤਾਂ ਹੈ ਕਿ ਉਹਨੂੰ ਗੂੜੀ ਨੀਂਦ ਦੀ ਪ੍ਰਾਪਤੀ ਨਹੀਂ ਹੈ, ਚੰਗੀ ਨੀਂਦ ਨਹੀਂ, ਕਿਉਂਕਿ ਜਿਹੜਾ ਦਿਮਾਗ ਦੀ ਵਾਸ਼ਿੰਗ ਹੈ, ਇਹਨੂੰ ਧੋਣ ਦਾ ਹੋਰ ਕੋਈ ਥਾਂ ਨਹੀਂ ਬਿਨਾਂ ਨੀਂਦ ਤੋਂ। ਨੀਂਦ ਇਸ ਨੂੰ ਸਾਫ਼ ਕਰਦੀ। ਨੀਂਦ ਦੇ ਅਰਥ ਹੀ ਇਹ ਨੇ, ਜਿਵੇਂ ਕੋਈ ਕੱਪੜਾ ਮੈਲਾ ਹੋ ਜਾਏ ਤੇ ਉਸ ਨੂੰ ਸਾਬਣ ਲਾ ਕੇ ਮਲਿਆ ਜਾਂਦਾ, ਧੋਤਾ ਜਾਂਦਾ ਹੈ। ਨੀਂਦ ਦੇ ਵਿੱਚ ਬੰਦੀ ਆਦਮੀ ਦੇ ਦਿਮਾਗ ਦੇ ਵਿੱਚ ਜਿਹੜੇ ਬਹੁਤੇ ਵਿਕਾਰ, ਗਲਤ ਖਿਆਲ ਪੈਦਾ ਹੁੰਦੇ ਨੇ, ਉਹਨਾਂ ਨੂੰ ਉੱਥੇ ਧੋਤਾ ਜਾਂਦਾ ਹੈ, ਨੀਂਦ ਵਿੱਚ ਧੋ ਦਿੱਤਾ ਜਾਂਦਾ ਹੈ। ਇਹ ਦੋਵੇਂ ਚੀਜ਼ਾਂ ਇੱਕ ਗਰੀਬ ਆਦਮੀ ਦੀ ਨਿਆਮਤ ਨੇ। ਉਸ ਨੂੰ ਫਰੀਦ ਸਾਹਿਬ ਨੇ ਕਿਹਾ ਕਿ ਰੋਟੀ ਮੇਰੀ ਕਾਠ ਕੀ। ਕਾਠ ਦਾ ਅਰਥ ਹੈ ਖਾਣ ਵਾਸਤੇ ਰੋਟੀ ਭਾਵੇਂ ਬਿਲਕੁਲ ਸੁੱਕੀ ਹੋਵੇ, ਲਾਵਣ ਮੇਰੀ ਭੁੱਖ, ਤੇ ਭੁੱਖ ਲੱਗੀ ਹੋਵੇ ਬੰਦੇ ਨੂੰ, ਭੁੱਖ ਵਿੱਚ ਖਾਏ। ਜਿਨ੍ਹਾਂ ਖਾਧੀ ਚੋਪੜੀ ਘਣੇ ਸਹਿਣਗੇ ਦੁੱਖ, ਪਰ ਜਿਨ੍ਹਾਂ ਨੇ ਬਿਨਾਂ ਭੁੱਖ ਤੋਂ ਭਾਵੇਂ ਚੰਗੀ ਵੀ ਖਾਧੀ, ਇਹਦੇ ਅਰਥ ਇਹ ਹੋਣਗੇ। ਬਿਨਾਂ ਲੋੜ ਤੋਂ ਚੰਗੀ ਵੀ ਖਾ ਲਈ, ਉਹਨਾਂ ਨੂੰ ਘਣੇ ਦੁੱਖ ਦਾ ਅਰਥ ਹੈ ਸਰੀਰਕ ਰੋਗ, ਤੇ ਹੋਰ ਕਈ ਤਰ੍ਹਾਂ ਦੇ ਸਰੀਰ ਦੇ ਵਿਕਾਰੀ ਰੋਗ ਉਹਨਾਂ ਵਿੱਚ ਪੈਦਾ ਹੋਣਗੇ। ਤਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਦੇ ਵਿੱਚ ਸਰੀਰ ਦਾ ਵੀ ਗਿਆਨ ਦਿੱਤਾ ਗਿਆ ਹੈ, ਸਰੀਰਕ ਤੌਰ 'ਤੇ ਬੰਦੇ ਨੇ ਕਿਵੇਂ ਰਹਿਣਾ। ਕਿਉਂਕਿ ਇਹ ਮੈਂ ਬੇਨਤੀ ਕੀਤੀ ਸੀ, ਇੱਕ ਹੈ ਜਪ ਜੁਗਤ, ਇੱਕ ਹੈ ਜੀਵਨ ਜੁਗਤ। ਹੁਣ ਜਪਦੇ ਅਸੀਂ ਹੈ, ਦੋ ਜੁਗਤਾਂ ਨੇ ਸਾਡੇ ਧਰਮ ਦੇ ਅੰਦਰ। ਜਪ ਜੁਗਤ ਦਾ ਅਰਥ ਸਿੱਖ ਸਵੇਰੇ ਉੱਠਦਾ, ਬਾਣੀ ਪੜ੍ਹਦਾ, ਨਾਮ ਜਪਦਾ ਹੈ, ਇਹਨੂੰ ਕਹਿੰਦੇ ਨੇ ਜਪ ਜੁਗਤ ਹੈ। ਇਹ ਅੱਧਾ ਹਿੱਸਾ ਹੈ। ਤੇ ਦੂਸਰੀ ਹੈ ਜੀਵਨ ਜੁਗਤ। ਜੀਵਨ ਜੁਗਤ ਦਾ ਮਤਲਬ ਹੈ ਆਪਾਂ ਜਿਉਣਾ ਕਿਵੇਂ ਹੈ, ਆਪਾਂ ਖਾਣਾ ਕਿਵੇਂ ਹੈ, ਵੇਖਣਾ ਕੀ ਹੈ, ਆਪਾਂ ਬਹਿਣਾ ਖਲੋਣਾ ਕਿੱਥੇ, ਗੱਲ ਕਿਵੇਂ ਦੀ ਕਰਨੀ ਹੈ। ਤੇ ਜੇ ਆਪਾਂ ਜਪ ਜੁਗਤ ਦੇ ਨਾਲ ਜੀਵਨ ਜੁਗਤ ਨਾ ਅਪਣਾਈ, ਯਾਨੀ ਕਿ ਖਾਣ ਪੀਣ ਠੀਕ ਨਾ ਕੀਤਾ, ਤੇ ਫਿਰ ਸਾਧ ਸੰਗਤ ਉੱਥੇ ਜਪ ਜੁਗਤ ਨੇ ਕੰਮ ਨਹੀਂ ਦੇਣਾ। ਫਿਰ ਉਸ ਥਾਂ ਤੇ ਜਪ ਜੁਗਤ ਵਿੱਚ ਹੀ ਰਹਿ ਜਾਂਦੀ ਹੈ। ਖਾਣਾ ਪੀਣਾ ਔਰ ਰਹਿਣ ਸਹਿਣ ਇਹ ਜਪ ਜੁਗਤ ਦੇ ਨਾਲ ਉੱਚਾ ਹੋਵੇ। ਇਹ ਨਹੀਂ ਕਿ ਜੋ ਆਇਆ ਸੋ ਸਤ ਕਰਤਾਰ ਕਹਿ ਕੇ ਪਾਰ ਕਰ ਦਿੱਤਾ, ਸਾਰਾ ਦਿਨ ਖਾਈ ਗਏ, ਮੂੰਹ ਰੁਕੇ ਹੀ ਨਹੀਂ। ਤੇ ਪਰਤ ਕੇ ਕਿਹਾ ਜੀ 2 ਸੁਖਮਣੀ ਸਾਹਿਬ ਪੜ੍ਹੇ ਨੇ, ਸੁਖਮਣੀ ਸਾਹਿਬ ਪੜ੍ਹਦਿਆਂ 5 ਵਾਰੀ ਨੀਂਦ ਵੀ ਆਈ ਹੈ ਵਿੱਚ, ਪਤਾ ਨਹੀਂ ਲੱਗਾ ਕਦੋਂ ਪੜ੍ਹ ਗਏ। ਨਾ ਆਦਮੀ ਤੋਂ ਬੈਠਾ ਜਾਂਦਾ ਹੈ, ਨਾ ਉਸ ਦੇ ਸਰੀਰ ਦੀ ਕਿਰਿਆ ਠੀਕ ਹੈ, ਨਾ ਉਹਦਾ ਸਵਾਸ ਠੀਕ ਚੱਲਦਾ ਹੈ। ਕਿਉਂਕਿ ਮਨ ਤੇ ਤਾਂ ਟਿਕੇਗਾ ਨਾ ਜੇ ਸਵਾਸ ਆਰਾਮ ਨਾਲ ਪਿਆ ਹੁੰਦਾ, ਤੇ ਸਵਾਸ ਤਾਂ ਆਵੇਗਾ ਜੇ ਥੋੜ੍ਹਾ ਜਿਹਾ ਬੰਦੇ ਦਾ ਪੇਟ ਥੋੜ੍ਹਾ ਜਿਹਾ ਖਾਲੀ ਹੈ। ਜੇ ਆਪਾਂ ਗਲੇ ਤੱਕ ਇਹਨੂੰ ਭਰ ਕੇ 24 ਘੰਟੇ ਰੱਖਿਆ ਤੇ ਸਵਾਸ ਕਿੱਥੋਂ ਆਰਾਮ ਨਾਲ ਆਉਣਾ ਹੈ, ਤੇ ਮਨ ਕਿਵੇਂ ਟਿਕੇਗਾ, ਬਾਣੀ ਕਿਵੇਂ ਪੜਾਂਗੇ, ਸ਼ਬਦ ਵੀ ਪੂਰਾ ਨਹੀਂ ਜਾਂਦਾ। ਮਨ ਟਿਕੇ ਦੀ ਨਿਸ਼ਾਨੀ ਹੈ, ਸੰਗਤ ਦੀ ਨਿਸ਼ਾਨੀ ਦੱਸੀ ਭਗਤ ਰਵਿਦਾਸ ਜੀ ਨੇ। ਸਤ ਸੰਗਤ ਮਿਲ ਰਹੀ ਹੈ ਮਾਧੋ, ਜੈਸੇ ਮਦਪ ਮਖੀਰਾ। ਕਹਿੰਦੇ ਜੇ ਸੰਗਤ ਕਰਨ ਦੀ ਜਾਚ ਸਿੱਖਣੀ ਹੈ ਤੇ ਮਾਖੀਆਂ ਦੀਆਂ ਮੱਖੀਆਂ ਵੱਲ ਵੇਖਣਾ, ਛੱਤੇ ਵਿੱਚ ਕਿਵੇਂ ਬੈਠੀਆਂ ਨੇ, ਹਜ਼ਾਰਾਂ ਦੀ ਗਿਣਤੀ ਵਿੱਚ, ਕਿਤੇ ਆਵਾਜ਼ ਆਉਂਦੀ ਹੈ,
ਹਿਲਜੁਲ ਹੈ ਕੋਈ? ਉੱਥੇ ਕੋਈ ਨਹੀਂ ਹਿਲਦਾ। ਕਹਿਣ ਲੱਗੇ ਸੰਗਤ ਕਰਨੀ ਹੈ ਤੇ ਕੱਲਾ ਮਨ ਨਹੀਂ, ਸਰੀਰ ਵੀ ਇਸ ਤਰ੍ਹਾਂ ਹੋ ਜਾਣਾ ਚਾਹੀਦਾ ਜਿਵੇਂ ਛੱਤੇ ਤੇ ਲੱਗੀਆਂ ਹੋਈਆਂ ਮੱਖੀਆਂ ਨੇ। ਤੇ ਸਰੀਰ ਸਾਧ ਸੰਗਤ ਇਸ ਤਰ੍ਹਾਂ ਤਾਂ ਹੋਵੇਗਾ ਜੇ ਸਾਡੇ ਸੌਣ ਉੱਠਣ ਦੀ, ਖਾਣ ਪੀਣ ਦੀ ਜੁਗਤ ਠੀਕ ਹੋਵੇਗੀ। ਜੇ ਅਸੀਂ ਸਾਧਨਾ ਕੀਤੀ ਹੋਵੇਗੀ, ਬਹਿਣ ਦੀ ਸਾਧਨਾ ਨਹੀਂ ਕੀਤੀ, ਖਾਣ ਪੀਣ ਦਾ ਸਾਡਾ ਪਰਹੇਜ਼ ਕੋਈ ਨਹੀਂ ਹੈ, ਸੰਗਤ ਕਿਵੇਂ ਕਰਨੀ ਹੈ? ਉੱਥੇ ਸੰਗਤ ਤੇ ਅਸੀਂ ਦੂਜਿਆਂ ਦੇ ਵੀ ਤੋੜ ਦਿਆਂਗੇ। ਉਹਦੇ ਵਿੱਚ ਜਾ ਕੇ ਸਾਨੂੰ ਜਾਚ ਨਹੀਂ ਆਏਗੀ, ਤਰੀਕਾ ਨਹੀਂ ਆਵੇਗਾ। ਇਸ ਕਰਕੇ ਇਹ ਸਾਰੀਆਂ ਚੀਜ਼ਾਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਵਿੱਚ ਦੱਸੀਆਂ ਗਈਆਂ, ਤੇ ਜਦੋਂ ਜਦੋਂ ਇਹਨਾਂ ਨੂੰ ਅਸੀਂ ਅਪਣਾਵਾਂਗੇ ਉਹਦੇ ਰਿਜ਼ਲਟ ਸਾਫ਼ ਆਉਣਗੇ, ਬਿਲਕੁਲ ਆਉਣਗੇ, ਕੋਈ ਸ਼ੱਕ ਨਹੀਂ ਹੈ। ਸਤਿਗੁਰੂ ਕਹਿ ਰਹੇ ਨੇ, ਨਰ ਚਾਹਤ ਕਛ ਔਰੈ ਕੀ ਔਰੈ ਪਈ। ਇਹਦਾ ਭਾਵ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ, ਤੂੰ ਆਪਣੀ ਚਾਹਤ, ਆਪਣੀ ਇੱਛਾ ਨੂੰ ਪਰਮਾਤਮਾ ਦੀ ਇੱਛਾ ਨਾਲ ਮੇਲ ਦੇ। ਬੀਜ ਬੀਜਿਆ ਕਰ, ਕਰਮ ਕਰ, ਅਰਦਾਸ ਕਰ। ਸਿੱਖ ਕੋਲ ਦੋ ਚੀਜ਼ਾਂ ਨੇ। ਸੰਸਾਰਕ ਤੌਰ ਤੇ ਕੁਝ ਚਾਹੀਦਾ ਹੈ, ਮਿਹਨਤ ਕਰੇ, ਉਦਮ ਕਰੇ, ਉਪਰਾਲਾ ਕਰੇ ਤੇ ਅਰਦਾਸ ਕਰੇ। ਜੋ ਕੁਝ ਉਹਨੂੰ ਚਾਹੀਦਾ ਉਹਦੀ ਅਰਦਾਸ ਕਰੇ। ਅਰਦਾਸ ਦਾ ਮਤਲਬ ਇਹ ਹੁੰਦਾ ਹੈ ਕਿ ਅਰਦਾਸ ਕੀਤੀ ਗਈ, ਹੁਣ ਜਦੋਂ ਉਹਦਾ ਰਿਜ਼ਲਟ ਬੋਲਿਆ ਜਾਣਾ ਹੈ, ਉਹਨੂੰ ਸਿੱਟਾ ਲੱਗਣਾ, ਉਹਦੀ ਚਾਹਤ ਨਾ ਕਰੇ। ਸੰਪੂਰਨ ਜੀਵਨ ਹੈ। ਇਸ ਬੰਦੇ ਨੂੰ ਕੋਈ ਫਾਈ ਨਹੀਂ ਪਏਗੀ, ਕੋਈ ਦੁੱਖ ਨਹੀਂ ਹੋਵੇਗਾ। ਭਾਣੇ ਵਿੱਚ ਜਿਉਂਦਾ ਹੈ, ਰਜਾ ਵਿੱਚ ਜਿਉਂਦਾ ਹੈ। ਕਰਮ ਕਰਤ ਹੋਵੈ ਨਿਕਰਮ, ਤਿਸ ਬੈਸਨੋ ਕਾ ਨਿਰਮਲ ਧਰਮ। ਕਰਦਾ ਹੈ ਕਾਹੂ ਫਲ ਕੀ ਇੱਛਾ ਨਹੀਂ ਬਾਂਛੈ। ਹੈ ਬੜਾ ਔਖਾ। ਇਹ ਕਿਵੇਂ ਹੋ ਸਕਦਾ ਹੈ? ਇੱਕ ਬੰਦਾ ਮਿਹਨਤ ਕਰੇ, ਬੂਟੇ ਬੀਜੇ, ਗੋਡੀ ਕਰੇ, ਪਾਣੀ ਦੇ, ਤੇ ਪਰਤ ਕੇ ਉਹਦੇ ਮਨ ਵਿੱਚ ਕਦੀ ਖਿਆਲ ਨਾ ਆਵੇ ਵੀ ਇੰਨੀ ਮਿਹਨਤ ਕੀਤੀ, ਇਹਨੂੰ ਜ਼ਰੂਰ ਅੰਬ ਲੱਗੇ, ਜ਼ਰੂਰ ਫਲ ਲੱਗਣਾ ਚਾਹੀਦਾ। ਕਿਸੇ ਫਲ ਦੀ ਇੱਛਾ ਨਹੀਂ ਬਾਂਛਦਾ, ਪਰ ਕਰਮ ਕਰੀ ਜਾਂਦਾ ਹੈ। ਉਸ ਵਿਅਕਤੀ ਦੇ ਰੁੱਖ ਜੀਵਨ ਨੂੰ ਇਸ ਤਰ੍ਹਾਂ ਦੇ ਫਲ ਲੱਗਦੇ ਨੇ, ਜਿਹਨੂੰ ਕਬੀਰ ਸਾਹਿਬ ਕਹਿੰਦੇ ਨੇ। ਜਦੋਂ ਉਹਨਾਂ ਨੇ ਵੀ ਬੀਜਣ ਦੀ ਗੱਲ ਕੀਤੀ, ਕਬੀਰ ਐਸਾ ਬੀਜ ਬੋਏ ਜੋ 12 ਮਾਸ ਫਲੰਤ। ਫਿਰ ਉਹਦੀ ਕੋਈ ਇੱਕ ਰੁੱਤ ਨਹੀਂ ਹੈ ਕਿ ਇਸ ਮਹੀਨੇ ਵਿੱਚ ਉਹਨੂੰ ਫਲ ਲੱਗਣਗੇ, ਅਗਲੇ ਵਿੱਚ ਨਹੀਂ। 12 ਮਾਸੀ ਫਲ ਹੈ ਉਹ। ਐਸਾ ਬੀਜ ਬੋਏ ਜੋ 12 ਮਾਸ ਫਲੰਤ। ਸੀਤਲ ਛਾਇਆ, ਉਸ ਰੁੱਖ ਦੀ ਛਾਂ ਬਹੁਤ ਸੀਤਲ ਹੈ। ਉਹ ਆਪ ਤੇ ਰੁੱਖ ਹੀ ਹੋ ਗਿਆ, ਬਸ ਜਿਹੜਾ ਉਹਦੇ ਕੋਲੋਂ ਦੀ ਗੁਜ਼ਰਿਆ। ਤੁਸੀਂ ਕਈ ਵਾਰੀ ਵੇਖੋਗੇ ਨਾ, ਗਰਮੀ ਵਿੱਚ ਰੁੱਖ ਤੇ ਗੁਰਮੁਖ ਸਾਧੂ ਇੱਕ ਨੇ। ਰੁੱਖ ਦੇ ਕੋਲ ਬੈਠਿਆਂ ਇੱਕ ਰਿਲੈਕਸ ਬੰਦਾ ਮਹਿਸੂਸ ਕਰਦਾ ਹੈ, ਸ਼ਾਂਤੀ ਵਿੱਚ ਚਲਾ ਜਾਂਦਾ ਹੈ। ਛਾਂ ਉਸ ਨੂੰ ਕਹਿੰਦੀ ਹੈ ਇੱਥੇ ਰੁੱਖ, ਭਾਵੇਂ ਉਸ ਨੂੰ ਅੱਗੇ ਸਫ਼ਰ ਕੰਮ ਦੀ ਹੁੰਦੀ, ਮੈਂ ਹੋਰ ਵੀ ਕੰਮ ਕਰਨਾ, ਪਰ ਉਹ ਕਹਿੰਦਾ ਵੀ ਬਹੁਤ ਆਨੰਦ ਆ ਰਿਹਾ, ਥੋੜ੍ਹਾ ਜਿਹਾ ਹੋਰ 5 ਮਿੰਟ ਹੋਰ ਟਿਕ ਜਾਈਏ ਇਹਦੇ ਥੱਲੇ। ਉਹਦੀ ਛਾਂ ਬੜੀ ਸ਼ੀਤਲ ਹੈ। ਇਸ ਲਈ ਜਿਵੇਂ ਦੇ ਅਸੀਂ ਹਾਂ, ਉਵੇਂ ਦੀ ਸਾਡੀ ਛਾਂ ਬਣ ਜਾਂਦੀ ਹੈ। ਹਜ਼ੂਰ ਨੇ ਕਿਹਾ, ਤੂੰ ਸੰਸਾਰ ਦਾ ਕੀ ਸਵਾਰੇਂਗਾ। ਕਈ ਵਾਰੀ ਅਸੀਂ ਕਹਿੰਦੇ ਹਾਂ ਅਸੀਂ ਸੰਸਾਰ ਦੀ ਸੇਵਾ ਕਰਨੀ ਹੈ। ਸੇਵਕ ਹਾਂ ਬਹੁਤ ਵੱਡੇ, ਸਮਾਜਵਾਦੀ ਹਾਂ, ਦਾਨੀ ਹਾਂ। ਸਾਡੇ ਕੋਲ ਹੀ ਕੀ ਹੈ ਜਿਹਦਾ ਦਾਨ ਕਰਨਾ ਹੈ? ਦਾਨ ਤੇ ਆਪਣੇ ਆਪ ਹੀ ਹੋ ਜਾਂਦਾ। ਆਦਮੀ ਜਿਵੇਂ ਦਾ ਹੈ, ਉਸ ਦੀ ਛਾਂ ਉਸ ਤਰ੍ਹਾਂ ਦੀ ਬਣਦੀ ਹੈ। ਜੇ ਅੰਦਰ ਹੀ ਕ੍ਰੋਧ ਹੈ, ਛਾਂ ਕਿਵੇਂ ਬਣੇਗੀ ਸ਼ਾਂਤੀ ਦੀ? ਉਹਦੀਆਂ ਤਰੰਗਾਂ ਕਿਵੇਂ ਸ਼ਾਂਤੀ ਵਾਲੀਆਂ ਬਣਨਗੀਆਂ? ਉਹਦਾ ਤੇ ਕਮਰਾ ਵੀ ਅੰਦਰ ਟਿਕਣ ਨਹੀਂ ਦੇਗਾ। ਜਿਸ ਥਾਂ ਤੇ ਜਿਵੇਂ ਦਾ ਵਿਅਕਤੀ ਰਹਿੰਦਾ ਹੈ, ਉਹਦੇ ਕਮਰੇ ਵਿੱਚੋਂ ਤੇ ਆਦਮੀ ਦਾ ਮਨ ਕਰੇਗਾ ਨਿਕਲ ਜਾਈਏ ਕਿਤੇ ਹੋਰ, ਕਿਤੇ ਪਸ਼ੂਆਂ ਦੇ ਵਾੜੇ ਵਿੱਚ ਰਹਿਣਾ ਕਿਤੇ ਬਿਹਤਰ ਹੋ ਗਿਆ ਅੱਜ ਦੇ ਆਦਮੀ ਨਾਲੋਂ। ਕਿਉਂਕਿ ਉਸ ਪਸ਼ੂਆਂ ਦੇ ਵਾੜੇ ਵਿੱਚ ਕੋਈ ਵੈਰ ਵਿਰੋਧ ਨਹੀਂ ਹੈ, ਕੋਈ ਈਰਖਾ ਨਹੀਂ ਹੈ, ਕੋਈ ਤ੍ਰਿਸ਼ਨਾ ਨਹੀਂ ਹੈ। ਇੱਕ ਸਮਾਧੀ ਵਿੱਚ ਨੇ ਪਸ਼ੂ, ਜਿਉਂ ਰਹੇ ਨੇ ਜਿਵੇਂ ਉਹਨਾਂ ਨੂੰ ਪਰਮਾਤਮਾ ਨੇ ਬਣਾਇਆ, ਪਰ ਇਹ ਆਦਮੀ ਦਾ ਘਰ ਹੈ। ਅਸੀਂ ਕਹਿੰਦੇ ਹਾਂ ਬੰਦੇ ਦੀ ਦੇਹ ਬੜੀ ਵੱਡੀ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਕਹਿੰਦੇ ਨੇ ਕੋਈ ਸ਼ੱਕ ਨਹੀਂ,
ਪਰ ਅਸੀਂ ਇਹਨੂੰ ਉਸ ਤਰ੍ਹਾਂ ਵਰਤਿਆ ਹੀ ਨਹੀਂ। ਆਦਮੀ ਦੇ ਘਰਾਂ ਵਿੱਚ ਟਿਕਣਾ ਮੁਸ਼ਕਿਲ ਹੋ ਗਿਆ। ਇਸ ਨਾਲੋਂ ਤੇ ਸ਼ਮਸ਼ਾਨ ਘਾਟ ਵਿੱਚ ਰਹਿਣਾ ਆਦਮੀ ਨੂੰ ਸਕੂਨ ਦਿੰਦਾ ਹੈ। ਉੱਥੋਂ ਵਾਪਸ ਮੁੜਨ ਨੂੰ ਚਿੱਤ ਨਹੀਂ ਕਰਦਾ, ਕਿਉਂਕਿ ਉੱਥੇ ਸੰਸਾਰੀ ਮਜਬੂਰਨ ਕੁਝ ਮਿੰਟਾਂ ਵਾਸਤੇ ਜਾਂਦਾ ਹੈ। ਇਸ ਕਰਕੇ ਉਹਦੀ ਚਾਹਤ ਜਿਹੜੀ ਹੈ ਉਹ ਕਿਵੇਂ ਦੀ ਹੈ, ਜੋ ਕੁਝ ਸਾਡੇ ਅੰਦਰ ਹੈ ਉਹਦੀ ਛਾਂ ਉਸ ਤਰ੍ਹਾਂ ਦੀ ਬਣੇਗੀ, ਬਣਾਉਣੀ ਨਹੀਂ ਪੈਂਦੀ। ਉਹ ਵਿਅਕਤੀ ਜਿੱਥੋਂ ਨਿਕਲੇਗਾ ਉਹਦਾ ਪ੍ਰਭਾਵ ਬਣੇਗਾ। ਇਸ ਕਰਕੇ ਸਮਾਜ ਨੂੰ ਕੋਈ ਨਹੀਂ ਸੁਧਾਰ ਸਕਦਾ, ਆਪਣੇ ਆਪ ਨੂੰ ਸੁਧਾਰੀਏ। ਅਸੀਂ ਖੁਦ ਸੁਧਰ ਗਏ, ਸਮਾਜ ਆਪਣੇ ਆਪ ਸਾਡੇ ਤੋਂ ਸੁਧਰੇਗਾ। ਲੋੜ ਹੀ ਨਹੀਂ ਪੈਣੀ ਕਹਿਣ ਦੀ, ਜਿੱਥੋਂ ਨਿਕਲਾਂਗੇ ਲੋਕ ਸੁਧਰ ਜਾਣਗੇ। ਅਸੀਂ ਯਤਨ ਵੀ ਬੜਾ ਕਰਨੇ ਆ ਲੋਕਾਂ ਨੂੰ ਸਮਝਾਉਣ ਦਾ, ਕਿੰਨਾ ਸਮਝਾਇਆ, ਔਰ ਜਿੰਨਾ ਕੁ ਮੇਰਾ ਤਜਰਬਾ ਠੀਕ ਹੈ ਕਿ ਗਲਤ ਹੈ, ਕਿ ਸਾਡੀ ਕੌਮ ਦੇ ਵਿੱਚ ਪਿਛਲੇ 10-15 ਸਾਲਾਂ ਤੋਂ ਬੜੇ ਬੜੇ ਸਿਆਣੇ ਲੋਕਾਂ ਨੇ ਬੜਾ ਬੜਾ ਗਿਆਨ ਸਮਝਾਇਆ, ਬਹੁਤ ਕੁਝ ਸਮਝਾਇਆ, ਔਰ ਬੜੇ ਨਾਅਰੇ ਲਾਏ ਨੇ ਕਿ ਹੁਣ ਸਾਰੀ ਕੌਮ ਨੂੰ ਗਿਆਨਵਾਨ ਕਰ ਦੇਣਾ। ਛੋਟੇ ਛੋਟੇ ਟਰੈਕਟ ਵੰਡ ਕੇ ਘਰ ਘਰ ਜਾ ਕੇ ਕੋਰਸ ਕਰਾ ਦੇਣਾ, ਅਸੀਂ ਸਾਰਿਆਂ ਨੂੰ ਸਮਝਾ ਦੇਣਾ ਹੈ, ਸਾਰਿਆਂ ਨੂੰ ਦੱਸ ਦੇਣਾ ਧਰਮ ਕੀ ਹੁੰਦਾ ਹੈ, ਦੱਸਿਆ। ਫਿਰ ਸਮਾਜ ਦੇ ਵਿੱਚ ਵਿਚਰ ਕੇ ਵੇਖੋ ਧਰਮ ਉੱਥੇ ਹੈ। ਫਿਰ ਕਿਉਂ ਇਹ ਸ਼ਿਕਾਇਤ, ਕਿਉਂ ਹੈ ਸਾਰਾ ਕੁਝ? ਬੁਰਾਈਆਂ ਵਿੱਚ ਤੇ ਕਮੀ ਨਹੀਂ ਆਈ, ਉਹ ਧਰਮ ਦੀ ਸਿੱਖਿਆ ਕਿੱਧਰ ਚਲੀ ਗਈ? ਬੁਰਾਈਆਂ ਵਿੱਚ ਕਮੀ, ਤੁਸੀਂ ਵਿਆਪਕ ਤੌਰ ਤੇ ਦੇਖੋ ਕਿ ਹਿੰਦੁਸਤਾਨ ਦੀਆਂ, ਭਾਰਤ ਦੀਆਂ ਕਿੰਨੀਆਂ ਸਟੇਟਸ ਨੇ, ਕਿੰਨੇ ਪ੍ਰਾਂਤ ਨੇ, ਬਹੁਤੇ ਹੋ ਗਏ ਹੁਣ ਤੇ। ਪਹਿਲਾਂ ਜਦੋਂ ਮੈਂ ਪੜ੍ਹਿਆ ਕਿਤੇ 22-24 ਸਨ, ਹੁਣ ਜ਼ਿਆਦਾ ਹੋ ਗਏ। ਹੁਣ ਤਾਂ ਜਦੋਂ ਸਾਰਿਆਂ ਦਾ ਅਨੁਪਾਤ, ਸਾਰਿਆਂ ਦਾ ਸਰਵੇਖਣ ਕੀਤਾ ਜਾਂਦਾ ਹੈ, ਤੇ ਜਿੱਥੇ ਅਸੀਂ ਗਿਆਨ ਵੰਡਿਆ ਉਹ ਪੰਜਾਬ, ਉਹ ਬੱਚੀਆਂ ਨੂੰ ਪੇਟ ਵਿੱਚ ਮਾਰਨ ਵਿੱਚ ਸਭ ਤੋਂ ਪਹਿਲੇ ਨੰਬਰ ਤੇ ਆ ਰਿਹਾ ਹੈ। ਘਿਨਾਉਣਾ ਅਪਰਾਧ ਹੈ। ਸਵਾਲ ਖੜਾ ਹੋ ਗਿਆ ਕਿ ਇਹਨਾਂ ਕੋਰਸਾਂ ਨੇ ਕਿਉਂ ਨਹੀਂ ਸਮਝਾਇਆ, ਕਿਉਂ ਨਹੀਂ ਦੱਸ ਸਕੇ? ਦਵਾਈ ਤੇ ਉਹ ਹੀ ਕਾਰਗਰ ਨਾ ਜੋ ਰੋਗੀ ਦਾ ਰੋਗ ਹਟਾਏ, ਗਿਆਨ ਤੇ ਉਹ ਹੀ ਕਾਰਗਰ ਜੋ ਕਿਸੇ ਚੀਜ਼ ਨੂੰ ਬਦਲੇ। ਜਿੰਨੇ ਬਦਲੇ ਹੀ ਕੁਝ ਨਹੀਂ, ਤਬਦੀਲੀ ਕੋਈ ਨਹੀਂ ਆਈ, ਉਸ ਗਿਆਨ ਦਾ ਕੀ ਕਰਾਂਗੇ? ਇਸ ਲਈ ਸਾਨੂੰ ਵਿਚਾਰ ਕਰ ਲੈਣੀ ਚਾਹੀਦੀ ਹੈ, ਸਾਡਾ ਗਿਆਨ ਕੰਮ ਕਿਉਂ ਨਹੀਂ ਕਰ ਰਿਹਾ, ਇਹਦੇ ਕੀ ਕਾਰਨ ਨੇ? ਇਹਦੀ ਸਾਨੂੰ ਸਮਝ ਆਪਣੇ ਆਪ ਆ ਜਾਏਗੀ, ਆ ਚੁੱਕੀ ਹੈ ਤਕਰੀਬਨ ਆ ਚੁੱਕੀ ਹੈ ਕਿ ਇਸ ਗਿਆਨ ਨੇ ਕੁਝ ਨਹੀਂ ਸਵਾਰਿਆ। ਅਸੀਂ ਲੋਕਾਂ ਨੂੰ ਵੱਖਰੀ ਗਿਆਨ ਸਿਖਾਉਣਾ ਚਾਹੁੰਦੇ ਹਾਂ, ਜੀਵਨ ਨਹੀਂ ਸਿਖਾਉਣਾ ਚਾਹੁੰਦੇ, ਜੀਵਨ ਹੋਰ ਚੀਜ਼ ਹੈ। ਤਾਂ ਇਹਦਾ ਮਤਲਬ ਸਾਫ਼ ਹੈ ਕਿ ਰੁੱਖ ਕਦੀ ਕਿਸੇ ਨੂੰ ਛਾਂ ਬਾਰੇ ਬਹੁਤਾ ਨਹੀਂ ਦੱਸਦਾ ਕਿ ਕੀ ਹੈ, ਕੇਵਲ ਉਹ ਆਪਣੇ ਪੱਤੇ ਫੈਲਾ ਦਿੰਦਾ ਹੈ, ਛਾਂ ਉਹਦੇ ਥੱਲੇ ਆਪਣੇ ਆਪ ਹੋ ਜਾਂਦੀ ਹੈ। ਧਰਮੀ ਬੰਦੇ ਨੂੰ ਧਰਮ ਬਾਰੇ ਮਜਬੂਰਨ ਕੁਝ ਬੋਲਣਾ ਪੈਂਦਾ ਹੈ, ਬਹੁਤਾ ਨਹੀਂ। ਜਦੋਂ ਧਰਮ ਵਿੱਚ ਪ੍ਰਵੇਸ਼ ਕਰਦਾ ਹੈ, ਨਾਮ ਦੇ ਪੱਤੇ ਬਸੰਤ ਉਹਦੇ ਤੇ ਆਉਂਦੀ ਹੈ, ਤਾਂ ਉਹਦੀ ਇੱਕ ਛਾਂ ਬਣਦੀ ਹੈ। ਉਸ ਛਾਂ ਵਿੱਚ ਸੰਸਾਰ ਬੈਠਦਾ ਹੈ, ਉਹਨੂੰ ਧਰਮ ਦਾ ਗਿਆਤ, ਉਹਦਾ ਅਹਿਸਾਸ ਹੁੰਦਾ, ਨਾਮ ਕੀ ਹੁੰਦਾ, ਧਰਮ ਕੀ ਹੁੰਦਾ ਹੈ। ਤਾਂ ਉਹਦੀ ਸ਼ੀਤਲ ਛਾਇਆ, ਮੈਂ ਇਸ ਸ਼ਬਦ ਤੋਂ ਅੱਗੇ ਚਲਾ ਗਿਆ ਸੀ। ਕਬੀਰ ਜੀ ਕਹਿੰਦੇ ਨੇ ਬ੍ਰਹਮ ਗਿਆਨੀ ਦੀ ਛਾਂ, ਉਹਦੀ ਛਾਇਆ ਬੜੀ ਸ਼ੀਤਲ ਹੈ, ਉਹਦਾ ਓਰਾ ਬੜਾ ਪਵਿੱਤਰ ਹੈ, ਪ੍ਰਭਾਵੀ ਹੈ। ਕਬੀਰ ਐਸਾ ਬੀਜ ਬੋਏ ਜੋ 12 ਮਾਸ ਫਲੰਤ, ਸ਼ੀਤਲ ਛਾਇਆ ਗਹਿਰ ਫਲ। ਉਹਦਾ ਫਲ, ਗਹਿਰ ਦਾ ਅਰਥ ਹੈ ਬਹੁਤ ਗੰਭੀਰ, ਟਿਕਾ ਵਾਲਾ, ਜਿਵੇਂ ਬਿਲਕੁਲ ਕਿਸੇ ਬਹੁਤ ਵੱਡੇ ਦਰਿਆ ਦਾ ਪਾਣੀ ਖੜਾ ਹੁੰਦਾ ਹੈ, ਨੀਲੇ ਰੰਗ ਦਾ, ਇਸ ਤਰ੍ਹਾਂ ਦਾ ਉਹਦਾ ਫਲ ਹੈ। ਫਲ ਦਾ ਮਤਲਬ ਉਹਦੇ ਅੰਦਰ ਜੋ ਗਹਿਰਾ ਆਨੰਦ ਹੈ, ਉਹ ਬਹੁਤ ਉਹਦਾ ਫਲ ਹੈ। ਸੀਤਲ ਛਾਇਆ ਗਹਿਰ ਫਲ, ਪੰਖੀ ਕੇਲ ਕਰੰਤ, ਉਹਦੇ ਉੱਤੇ ਆ ਕੇ ਪੰਛੀ ਕੇਲ ਕਰਦੇ ਨੇ, ਸਰੀਰ ਦੇ ਇੰਦਰੇ ਗਾਉਂਦੇ ਨੇ, ਸਾਰੇ ਗੀਤ ਗਾਉਂਦੇ ਨੇ। ਇਸ ਤਰ੍ਹਾਂ ਦਾ ਹੈ ਉਹਦਾ ਜੀਵਨ, ਇਸ ਤਰ੍ਹਾਂ ਦਾ ਉਹਦਾ ਫਲ ਹੈ। ਤਾਂ ਐਸਾ ਬੀਜ ਬੋਏ, ਕਿਹੜਾ?
काहू फल की इच्छा नहीं बांछै। चाहत तो रहत जीवन, ਇੱਛਾ ਤੋਂ ਰਹਿਤ ਜੀਵਨ। ਔਰ ਸਤਿਗੁਰੂ ਨੇ ਸਾਨੂੰ ਬਾਣੀ ਨਾਲ ਜੋੜਿਆ, ਨਾਮ ਨਾਲ। ਇਹਦੇ ਵਿੱਚ ਕੁਝ ਤੇ ਸਾਨੂੰ ਬਾਹਰੋਂ ਸਮਝ ਆ ਜਾਂਦੀ ਕਿ ਪਰਮਾਤਮਾ ਦੀ ਮਰਜ਼ੀ ਕੀ ਹੈ ਤੇ ਸਾਡੀ ਮਰਜ਼ੀ ਕੀ ਹੈ, ਦੋਵਾਂ ਵਿੱਚ ਕਿੱਥੇ ਫਰਕ ਹੈ, ਅਸੀਂ ਕਿੱਥੇ ਗਲਤ ਜਾ ਰਹੇ ਹਾਂ, ਸਾਡਾ ਕਨੈਕਸ਼ਨ ਕਿੱਥੇ ਗਲਤ ਹੋ ਗਿਆ, ਅਸੀਂ ਉਹਦੇ ਹੁਕਮ ਤੋਂ ਬਾਹਰ ਕਿੱਥੇ ਜਾ ਰਹੇ ਹਾਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਕੁਝ ਹੋਰ ਕਹਿ ਰਹੇ ਨੇ, ਅਸੀਂ ਹੋਰ ਪਾਸੇ ਜਾ ਰਹੇ ਹਾਂ। ਤਾਂ ਇਹ ਕੋਈ ਬਹੁਤੀ ਵੱਡੀ ਗੱਲ ਨਹੀਂ। ਅਸੀਂ ਇਹ ਮਾਨ ਨਾ ਕਰੀਏ ਕਿ ਅਸੀਂ ਸਿੱਖ ਹਾਂ, ਗੁਰੂ ਗ੍ਰੰਥ ਸਾਹਿਬ ਦੇ ਅੱਗੇ ਮੱਥਾ ਟੇਕਣਾ ਚੰਗੀ ਗੱਲ ਹੈ, ਪਰ ਸਵਾਲ ਕਿਤੇ ਹੋਰ ਖੜਾ ਹੈ। ਕੀ ਫਰਕ ਹੈ, ਕਿਸੇ ਆਦਮੀ ਨੇ ਕਾਨੂੰਨ ਸਿੱਖ ਲਿਆ, ਕਿਸੇ ਆਦਮੀ ਨੇ ਕਾਨੂੰਨ ਨੂੰ ਚੰਗੀ ਤਰ੍ਹਾਂ ਜਾਣ ਲਿਆ, ਕੀ ਪਤਾ ਉਹ ਕਾਨੂੰਨ ਦੀ ਵਰਤੋਂ ਕਿਵੇਂ ਕਰ ਰਿਹਾ ਹੈ। ਵਕੀਲ ਹੈ, ਵਕਾਲਤ ਕੀਤੀ ਹੈ, ਲਾ ਸਿੱਖਿਆ, ਪਰ ਕੀ ਪਤਾ ਉਹਦੀ ਵਰਤੋਂ ਕਰਕੇ ਉਹ ਕਿਸੇ ਆਦਮੀ ਦੇ ਗਲ ਵਿੱਚ ਫਾਹੀ ਵੀ ਪਾ ਦੇ। ਕੀ ਪਤਾ ਅਸੀਂ ਧਰਮੀ ਹੋਈਏ, ਧਾਰਮਿਕ ਹੋ ਗਏ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੂੰ ਗੁਰੂ ਮੰਨਦੇ ਹਾਂ, ਪਰ ਜੋ ਕੁਝ ਵਿੱਚ ਲਿਖਿਆ ਉਸ ਤਰ੍ਹਾਂ ਅਸੀਂ ਜੀਵਨ ਵਿੱਚ ਅਪਣਾਉਣਾ ਤੇ ਦੂਰ। ਇਹ ਵੀ ਧਿਆਨ ਰੱਖਣਾ, ਅਪਣਾਉਣਾ ਬੜੀ ਦੂਰ ਹੈ, ਪਰ ਯਤਨ ਵੀ ਨਹੀਂ ਕਰ ਰਹੇ। ਅਪਣਾਉਣਾ ਇੱਕੋ ਦਿਨ ਵਿੱਚ ਨਹੀਂ, ਪਰ ਸਿੱਖ ਦੇ ਮਨ ਵਿੱਚ ਇੱਕ ਇੱਛਾ ਹੁੰਦੀ ਹੈ, ਇੱਕ ਯਤਨ ਹੁੰਦਾ ਹੈ ਕਿ ਮੈਂ ਅਪਣਾ ਸਕਾਂ ਜੋ ਕੁਝ ਮੇਰੇ ਗੁਰੂ ਨੇ ਕਿਹਾ ਹੈ, ਜੋ ਕੁਝ ਦੱਸਿਆ ਹੈ। ਉਸ ਨੂੰ ਅਸੀਂ ਅਪਣਾਇਆ ਨਹੀਂ, ਬਸ ਉਹਨੂੰ ਵੇਖਿਆ, ਉਸ ਨੂੰ ਮੱਥਾ ਟੇਕਿਆ, ਇੱਥੋਂ ਤੱਕ ਰਹਿ ਗਏ। ਜੋ ਕੁਝ ਹੁਕਮ ਸੀ, ਜੋ ਕੁਝ ਚਾਹਤ ਹੈ ਗੁਰੂ ਗ੍ਰੰਥ ਸਾਹਿਬ ਦੀ, ਸਿੱਖ ਕਿਹਨੂੰ ਕਹਿੰਦੇ ਨੇ ਤੇ ਗੁਰਸਿੱਖ ਕੌਣ ਹੈ? ਗੁਰਸਿੱਖ ਹੈ ਸਰੀਰ ਉਹਦਾ ਸਿਰਫ ਬਚਿਆ, ਚਾਹਤ ਨਹੀਂ ਉਹਦੀ। ਚਾਹਤ ਗੁਰੂ ਗ੍ਰੰਥ ਸਾਹਿਬ ਵਾਲੀ ਉਹਦੇ ਵਿੱਚ ਹੈ, ਉਹਨੂੰ ਕਹਿੰਦੇ ਗੁਰਸਿੱਖ। ਸਰੀਰ ਉਹਦਾ ਤੇ ਚਾਹਤ, ਲੋਚਾ, ਇੱਛਾ ਉਹ ਸਾਰੀ ਗੁਰੂ ਗ੍ਰੰਥ ਸਾਹਿਬ ਵਾਲੀ ਬਾਣੀ ਵਾਲੀ, ਉਹ ਕਹਿੰਦੇ ਨੇ ਹੁਣੇ ਗੁਰਸਿੱਖ ਬਣ ਗਿਆ। ਗੁਰਸਿੱਖ ਦੀ ਹੋਰ ਕੋਈ ਨਿਸ਼ਾਨੀ ਨਹੀਂ, ਬਸ ਉਹਦੀ ਇੱਛਾ ਬਾਣੀ ਦੇ ਅਨੁਸਾਰ ਚੱਲਦੀ, ਜੋ ਕੁਝ ਬਾਣੀ ਚਾਹੁੰਦੀ ਉਸ ਤਰ੍ਹਾਂ ਹੈ ਉਹ। ਤਾਂ ਸਾਡੀ ਇੱਛਾ ਪਰਮਾਤਮਾ ਦੀ ਰਜ਼ਾ ਨਾਲ ਸੰਬੰਧਿਤ ਹੋ ਜਾਏ, ਇਹ ਹੈ ਤੇ ਬੜੀ ਦੂਰ ਦੀ ਗੱਲ। ਵੈਸੇ ਸਤਿਗੁਰੂ ਨੇ ਉਹਨੂੰ ਹੁਕਮ ਕਿਹਾ, ਔਰ ਪਹਿਲੀ ਪੌੜੀ ਦੇ ਵਿੱਚ ਇਹ ਸ਼ਬਦ ਵਰਤਿਆ ਹੈ, 3-4 ਕਰਮ ਗਿਣੇ ਨੇ, ਔਰ ਕਿਹਾ ਕਿ ਇਹਨਾਂ ਕਰਮਾਂ ਨਾਲ ਤੈਨੂੰ ਸੁੱਖ ਨਹੀਂ ਮਿਲੇਗਾ। ਅਖੀਰ ਤੇ ਕਹਿ ਦਿੱਤਾ ਇੱਕ ਐਸਾ ਕਰਮ ਉਹਨੂੰ ਅਪਣਾ, ਉਹਦੇ ਨਾਲ ਤੈਨੂੰ ਆਨੰਦ ਦੀ ਪ੍ਰਾਪਤੀ ਹੋਵੇਗੀ। ਉਹ ਕਿਹੜਾ ਕਰਮ ਹੈ? ਸਤਿਗੁਰੂ ਨੇ ਪਹਿਲੀ ਪੌੜੀ ਵਿੱਚ ਪਹਿਲਾ ਸਵਾਲ ਕੀਤਾ, ਕਿਵ ਸਚਿਆਰਾ ਹੋਈਐ, ਕਿਵ ਕੂੜਾ ਟੁੱਟੈ ਪਾਲ, ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਹੁਕਮ ਰਜਾਈ ਦੇ ਅਰਥ ਔਰ ਇਸ ਸ਼ਲੋਕ ਦੇ ਅਰਥ, ਨਰ ਚਾਹਤ ਕਛ ਔਰੈ ਕੀ ਔਰੈ ਭਈ, ਚਿਤਵਤ ਰਹਿ ਉਠਗੌਰ, ਨਾਨਕ ਫਾਂਸੀ ਗਲ ਪਰੀ। ਅਸੀਂ ਕੇਵਲ ਮੌਤ ਨਾਲ ਹੀ ਜੋੜ ਦਿੱਤੇ ਨੇ। ਜਦੋਂ ਮੌਤ ਆਉਂਦੀ ਹੈ ਕਿਸੇ ਦੀ, ਅਸੀਂ ਕਹਿੰਦੇ ਹਾਂ ਰਜਾ ਸੀ, ਚਲੋ ਠੀਕ ਹੈ, ਉਹ ਵੀ ਰਜਾ ਹੈ, ਭਾਣਾ ਹੈ, ਉਹ ਕਹਿ ਸਕਦੇ ਹਾਂ, ਪਰ ਇਹ ਤਾਂ ਗਲਤ ਵਿਧੀ। ਰਜਾ ਦੇ ਅਰਥ ਨੇ ਜ਼ਿੰਦਗੀ ਜਿਉਂਦਿਆਂ ਜਿਵੇਂ ਦਾ ਚੱਲ ਰਿਹਾ ਹੈ ਉਹਨੂੰ ਪ੍ਰਵਾਨ ਕਰਨਾ, ਇਹਨੂੰ ਕਿਹਾ ਹੁਕਮ ਰਜਾਈ ਚੱਲਣਾ। ਜਦੋਂ ਅਸੀਂ ਜੀ ਰਹੇ ਹਾਂ, ਜਿਵੇਂ ਦਾ ਸਾਡਾ ਜੀਵਨ ਚੱਲ ਰਿਹਾ ਅਸੀਂ ਉਹਦੇ ਨਾਲ ਸਹਿਮਤ ਹਾਂ, ਉਹਦੇ ਵਿਰੋਧ ਵਿੱਚ ਨਹੀਂ, ਉਹਦੇ ਤੋਂ ਉਲਟ ਨਹੀਂ ਜਾ ਰਹੇ, ਤੇ ਗੁਰੂ ਦੇ ਹੁਕਮ ਨੂੰ ਅਸੀਂ ਅਪਣਾਉਣ ਦਾ ਯਤਨ ਕਰ ਰਹੇ ਹਾਂ। ਇੱਥੇ ਇਹ ਵੀ ਖਿਆਲ ਰੱਖਣਾ, ਇੱਥੇ ਮਨ ਦੀ ਗੱਲ ਨਹੀਂ ਕਰ ਰਹੇ ਗੁਰੂ ਸਾਹਿਬ ਕਿ ਜੋ ਕੁਝ ਤੇਰਾ ਮਨ ਚਾਹੁੰਦਾ ਉਸੇ ਤਰ੍ਹਾਂ ਕਰੀਆ, ਇਹ ਗੁਰੂ ਦਾ ਹੁਕਮ ਹੈ, ਇਹ ਰਜਾ ਹੈ, ਇਹ ਰਜਾ ਨਹੀਂ ਹੈ। ਦੋ ਤਰ੍ਹਾਂ ਦੀ ਮਰਜ਼ੀ ਹੈ, ਇੱਕ ਹੈ ਮਨ ਮਰਜ਼ੀ, ਇੱਕ ਗੁਰੂ ਦੀ ਰਜਾ। ਦੋ ਚੀਜ਼ਾਂ ਨੇ। ਮਰਜ਼ੀ ਦੇ ਵੈਸੇ ਅੱਖਰੀ ਅਰਥ ਵੀ ਤੇ ਮਰਜ਼ੀ ਹੁੰਦੇ ਨੇ। ਮਰਜ਼ ਦੇ ਅਰਥ ਨੇ ਬਿਮਾਰੀ, ਮਨ ਮਰਜ਼ੀ ਦੇ ਅਰਥ ਹੀ ਇਹ ਨੇ, ਬੰਦੇ ਦੇ ਮਨ ਦੀ ਬਿਮਾਰੀ, ਉਹਦੀ ਚਾਹਤ, ਇੱਛਾ। ਤਾਂ ਜਿਹੜੇ ਗੁਰਮੁਖਾਂ ਨੇ ਰੱਬ ਦੇ ਨਾਮ ਨਾਲ ਸਾਂਝ ਪਾਈ ਹੈ, ਤਾਂ ਇੱਕ ਦਿਨ ਉਹਨਾਂ ਦੀ ਚਾਹਤ 0 ਹੁੰਦੀ ਗਈ, 100 ਤੋਂ 99, 98 ਵਾਪਸ ਮੁੜਦੀ ਗਈ, ਘਟ ਗਈ, ਇੱਕੋ ਦਿਨ ਨਹੀਂ ਖਤਮ ਹੁੰਦੀ।
ਉਹਨਾਂ ਦੀ ਇੱਛਾ ਛੋਟੀ ਹੁੰਦੀ ਗਈ ਤੇ ਇੱਕ ਦਿਨ ਜਿਉਂ ਹੀ ਜ਼ੀਰੋ ਤੇ ਗਈ, ਜ਼ੀਰੋ ਤੋਂ ਫਿਰ ਵਾਪਸ 1 2 3 4, ਫਿਰ ਪਰਮਾਤਮਾ ਦੀ ਇੱਛਾ ਉਹਦੇ ਵਿੱਚ ਪ੍ਰਗਟ ਹੋ ਗਈ। ਉਹਨੂੰ ਹੁਕਮ ਦੀ ਸਮਝ ਆ ਗਈ, ਪਰਮਾਤਮਾ ਮੇਰੇ ਤੋਂ ਕੀ ਕਰਾਉਣਾ ਚਾਹੁੰਦਾ ਹੈ। ਉਹਦੇ ਅਨੁਸਾਰ ਚੱਲਣਾ ਸ਼ੁਰੂ ਕਰ ਦਿੰਦਾ। ਤਾਂ ਫਿਰ ਉਹ ਕਦੀ ਵੀ ਸੰਸਾਰ ਵਿੱਚ ਦੁੱਖ ਨੂੰ ਪ੍ਰਾਪਤ ਨਹੀਂ ਕਰਦਾ, ਕਿਉਂਕਿ ਉਹ ਪ੍ਰਵਾਨ ਕਰ ਲੈਂਦਾ ਹੈ। ਅਸਲ ਵਿੱਚ ਸੰਤ ਕਿਹਾ ਹੀ ਉਸ ਨੂੰ ਜੋ ਪ੍ਰਵਾਨ, ਅਸੀਂ ਕਹਿੰਦੇ ਹਾਂ ਫਲਾਣਾ ਬੰਦਾ ਪ੍ਰਵਾਨ ਹੋ ਗਿਆ ਰੱਬ ਦੇ ਘਰ ਵਿੱਚ। ਪੰਚ ਪ੍ਰਵਾਨ ਪੰਚ ਪ੍ਰਧਾਨ, ਪੰਚੇ ਪਾਵਹਿ ਦਰਗਹਿ ਮਾਨ, ਪੰਚੇ ਸੋਹੈ ਦਰ ਰਾਜਾਨ। ਅਸੀਂ ਕਹਿੰਦੇ ਹਾਂ ਫਲਾਣਾ ਆਦਮੀ ਪ੍ਰਵਾਨ ਹੋ ਗਿਆ, ਇਹ ਤੇ ਬਾਅਦ ਵਿੱਚ ਪਹਿਲਾਂ ਉਹ ਆਦਮੀ ਗੁਰੂ ਦਾ ਹੁਕਮ ਪ੍ਰਵਾਨ ਕਰਦਾ ਹੈ, ਪ੍ਰਵਾਨ ਕਰ ਲੈਂਦਾ ਹੈ। ਪਰਵਾਨਾ ਸ਼ਬਦ ਸ਼ਾਇਦ ਇਸੇ ਤੋਂ ਬਣਿਆ। ਪਰਵਾਨੇ ਦੇ ਅਰਥ ਨੇ ਉਹ ਪਤੰਗਾ ਜੋ ਦੀਵੇ ਤੇ ਸੜਨ ਲਈ ਰਾਜੀ ਹੈ, ਆਪਣੇ ਖੰਭ ਸਾੜ ਦਿੰਦਾ ਹੈ। ਗੁਰੂ ਦੇ ਹੁਕਮ ਨੂੰ ਪ੍ਰਵਾਨ ਕਰ ਲੈਣਾ ਹੀ ਪਰਵਾਨਾ ਬਣਨਾ ਹੈ। ਗੁਰੂ ਦੇ ਹੁਕਮ ਨੂੰ ਪ੍ਰਵਾਨ ਕਰ ਲੈਣਾ ਹੀ ਪ੍ਰਵਾਨ ਹੋਣ ਦਾ ਇੱਕ ਤਰੀਕਾ, ਹੋਰ ਕੋਈ ਪ੍ਰਵਾਨ ਨਹੀਂ ਹੁੰਦਾ। ਪੰਜ ਪ੍ਰਵਾਨ ਕੌਣ ਨੇ? ਪ੍ਰਵਾਨ ਦੇ ਅਰਥ ਨੇ ਜਿਨ੍ਹਾਂ ਨੇ ਰੱਬ ਦੀ ਮਰਜ਼ੀ ਨੂੰ ਪ੍ਰਵਾਨ ਕਰ ਲਿਆ। ਇਸ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਅੱਜ ਦਾ ਉਪਦੇਸ਼ ਪੰਚਾਂ ਦੇ ਸੰਬੰਧ ਵਿੱਚ ਹੈ। ਔਰ ਇੱਕ ਪਾਸੇ ਸੰਸਾਰੀ ਦੁੱਖ ਕੀ ਹੈ, ਫਾਈ ਕੀ ਹੈ। ਵਾਕਈ ਕਿਸੇ ਆਦਮੀ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਕੋਈ ਸਵਾਲ ਕੀਤਾ ਹੈ, ਫਾਹੀ ਕਿਉਂ ਪਈ ਹੈ? ਗਲ ਵਿੱਚ ਫਾਹੀ ਹੈ, ਦੁੱਖ ਦੀ ਹੈ, ਚਿੰਤਾ ਦੀ ਹੈ, ਕਈ ਪ੍ਰਕਾਰ ਦੀ ਫਾਹੀ ਹੈ। ਤੇ ਜਿਹਦੇ ਗਲ ਵਿੱਚ ਨਹੀਂ ਪਈ ਹੋਈ ਉਹਦੇ ਉੱਤੇ ਲਟਕ ਰਹੀ ਹੈ। ਫਰਕ ਕੋਈ ਨਹੀਂ, ਇੱਕ ਦੇ ਤਾਂ ਪੈ ਗਈ। ਇੱਥੇ ਕੋਈ ਵੀ ਆਨੰਦਿਤ ਨਹੀਂ ਹੈ, ਕਿਉਂਕਿ ਇਸ ਸੰਸਾਰ ਦੀ ਇੱਛਾ ਦੀ ਫਾਹੀ ਨੇ, ਰੱਸੀ ਨੇ। ਇੱਕ ਤਾਂ ਉਹ ਜਿਨ੍ਹਾਂ ਨੂੰ ਮਾਰ ਹੀ ਦਿੱਤਾ ਹੈ, ਉਹ ਤਾਂ ਖਤਮ ਹੀ ਹੋ ਗਏ। ਤੇ ਕਈਆਂ ਦੇ ਗਲ ਵਿੱਚ ਪਈ ਹੋਈ, ਜਿਨ੍ਹਾਂ ਦੇ ਨਹੀਂ ਪਈ ਹੋਈ ਉਹਨਾਂ ਦੇ ਉੱਤੇ ਲਮਕਦੀ ਹੈ। ਡਰ ਉਸ ਤੋਂ ਵੀ ਜ਼ਿਆਦਾ ਹੈ, ਉਸ ਤੋਂ ਜ਼ਿਆਦਾ ਚਿੰਤਾ ਹੈ ਉਸ ਡਰ ਵਿੱਚ। ਇਸ ਕਰਕੇ ਇੱਥੇ ਜਿਹੜਾ ਦੁੱਖ ਵਿੱਚ ਹੈ ਉਹ ਤੇ ਦੁਖੀ ਹੈ, ਜਿਹੜਾ ਦੁਖੀ ਨਹੀਂ ਉਸ ਦੁੱਖ ਵਿੱਚ ਹੈ, ਕਿਉਂਕਿ ਦੁੱਖ ਆਉਣ ਵਾਲਾ ਹੈ, ਦੁੱਖ ਸਿਰ ਤੇ ਖੜਾ ਹੈ। ਤਾਂ ਜ਼ਰੂਰ ਕਿਸੇ ਨੇ ਕਿਹਾ ਫਾਹੀ ਕਿਉਂ ਗਲ ਪਈ ਹੈ, ਕਿਉਂਕਿ ਅਖੀਰਲੇ ਸ਼ਲੋਕ ਦੇ ਸ਼ਬਦ ਨੇ ਨਾਨਕ ਫਾਂਸੀ ਗਲ ਪਰੀ। ਗਲ ਵਿੱਚ ਫਾਹੀ ਪਈ ਹੋਈ ਹੈ ਜੀਵਨ ਦੀ, ਮੌਤ ਨਾਲ ਸੰਬੰਧਿਤ ਨਹੀਂ ਹੈ। ਇਹ ਜੀਵਨ ਦੀਆਂ ਫਾਹੀਆਂ ਦਾ ਜ਼ਿਕਰ ਹੈ। ਤਾਂ ਗੁਰੂ ਤੇਗ ਬਹਾਦਰ ਸ਼ਲੋਕ ਵਿੱਚ ਉਸ ਸਵਾਲ ਦੇ ਜਵਾਬ ਵਿੱਚ ਬੋਲਦੇ ਨੇ, ਕਹਿੰਦੇ ਸਿਪਾਹੀ ਦਾ ਕਾਰਨ ਸੁਣੋ, ਨਰ ਚਾਹਤ ਕਛ ਔਰ। ਆਦਮੀ ਹਮੇਸ਼ਾ ਪਰਮਾਤਮਾ ਦੀ ਮਰਜ਼ੀ ਤੋਂ ਉਲਟ ਚਾਹੁੰਦਾ ਹੈ। ਇਹ ਹੈ ਦਾ ਸਭ ਤੋਂ ਵੱਡਾ ਕਾਰਨ, ਇਹ ਹੈ ਦੁੱਖ। ਉਹ ਬਹੁਤ ਕੁਝ ਚਾਹੁੰਦਾ ਹੈ, ਤੇ ਜਦੋਂ ਬਹੁਤ ਕੁਝ ਚਾਹੁੰਦਾ ਹੈ, ਨਰ ਚਾਹਤ ਕਛ ਔਰੈ ਕੀ ਔਰੈ ਪਈ। ਹੋਰ ਦੀ ਹੋਰ ਹੋ ਗਈ, ਉਹਨੇ ਤਾਂ ਹੋਣਾ ਹੀ ਸੀ। ਇਸ ਬ੍ਰਹਿਮੰਡ ਵਿੱਚ ਜ਼ਰੂਰੀ ਥੋੜ੍ਹੀ ਜਿਵੇਂ ਇੱਕ ਆਦਮੀ ਕਵੇ ਉਸ ਤਰੀ ਸਾਰਾ ਹੋਈ ਜਾਏ। ਉਹ ਜਦੋਂ ਹੋਰ ਹੋਇਆ, ਅੰਦਰ ਇੱਕ ਸੰਘਰਸ਼ ਜੀਵਨ ਵਿੱਚ ਆ ਗਿਆ, ਵਿਰੋਧ ਸ਼ੁਰੂ ਹੋ ਗਿਆ, ਕਲਪਨਾ ਸ਼ੁਰੂ ਹੋ ਗਈ, ਇਹ ਕਿਉਂ ਹੋਇਆ ਹੈ? ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਬਸ ਇਹੀ ਫਰਕ ਇਸ ਧਰਮੀ ਬੰਦੇ ਦਾ ਕਿ ਉਹ ਬ੍ਰਹਿਮੰਡ ਦੇ ਵਿੱਚ ਇਸ ਤਰ੍ਹਾਂ ਜਿਉਣਾ ਚਾਹੁੰਦਾ ਜਿਵੇਂ ਪਰਮਾਤਮਾ ਉਸ ਨੂੰ ਜਿਉਣਾ ਚਾਹੇ, ਤੇ ਸੰਸਾਰੀ ਦਾ ਇਹ ਧਰਮ ਹੈ, ਉਹ ਉਸ ਤਰ੍ਹਾਂ ਸੰਸਾਰ ਨੂੰ ਚਲਾਉਣਾ ਚਾਹੁੰਦਾ ਹੈ ਜਿਵੇਂ ਉਹ ਚਾਹੇ। ਇਹ ਸਾਰਾ ਸੰਸਾਰ ਵਿੱਚ ਕਲਹ ਹੈ, ਇਹ ਕਲੇਸ਼ ਹੈ। ਹਰ ਇੱਕ ਘਰ ਦੇ ਵਿੱਚ ਕਲੇਸ਼ ਦਾ ਕਾਰਨ ਇਹ ਹੈ, ਹਰ ਇੱਕ ਵਿਅਕਤੀ ਚਾਹੁੰਦਾ ਜਿਵੇਂ ਮੈਂ ਚਾਹੁੰਦਾ ਉਸ ਤਰ੍ਹਾਂ ਚੱਲੇ, ਸਮਝੌਤਾ ਨਹੀਂ ਕਰਦਾ। ਉਹਦੇ ਅੰਦਰ ਇੱਕ ਹਰਨਾਕਸ਼ ਬਿਰਤੀ ਹੈ। ਉਹ ਕਹਿੰਦਾ ਕੋਈ ਨਹੀਂ ਪਰਮਾਤਮਾ, ਹਰਨਾਕਸ਼ੀ ਸਭ ਥਾਵਾਂ ਤੇ ਮੈਂ ਹੀ ਹਾਂ, ਮੇਰੇ ਤੋਂ ਬਿਨਾਂ ਇਹ ਕਿਉਂ ਹੋ ਸਕਦਾ ਹੈ? ਜਦ ਕਿ ਉਹਨੂੰ ਪਤਾ ਨਹੀਂ ਉਹ ਵੀ ਇੱਕ ਹਿੱਸਾ ਹੈ ਇਸ ਕੁਦਰਤ ਦਾ, ਬਾਕੀ ਸਾਰੀ ਕੁਦਰਤ ਪਈ ਹੋਈ ਹੈ। ਤਾਂ ਉਹ ਹੋਰ ਦੀ ਜਦੋਂ ਹੋਰ ਹੋਈ, ਉਸ ਵੇਲੇ ਦੁੱਖ ਦੀ ਫਾਹੀ ਗਲ ਵਿੱਚ ਪੈ ਗਈ। ਨਰ ਚਾਹਤ ਕਛ ਔਰੈ ਕੀ ਔਰੈ ਭਈ। ਫਿਰ ਕੀ ਹੁੰਦਾ ਇਸ ਤੋਂ ਅੱਗੇ? ਹੋਰ ਦੁੱਖ। ਚਲੋ ਜੇ ਔਰੈ ਕੀ ਔਰੈ ਭਈ ਨਾ ਹੋਵੇ ਜੋ ਸੋਚੀਦਾ ਹੈ,
ਇੱਥੇ ਇੱਕ ਮੌਕਾ ਆਦਮੀ ਕੋਲ ਵੀ ਸਮਝ ਜਾਏ, ਡਿੱਗ ਪਵੇ ਕਿ ਜੋ ਕੁਝ ਮੈਂ ਸੋਚਣਾ ਉਸ ਤਰ੍ਹਾਂ ਨਹੀਂ ਹੁੰਦਾ। ਇੱਕ ਇੱਥੇ ਮੌਕਾ ਹੈ ਸੁਧਰਨ ਦਾ, ਕਿ ਮੈਂ ਜੋ ਕੁਝ ਅੱਜ ਤੱਕ ਸੋਚਿਆ ਉਸ ਤਰ੍ਹਾਂ ਨਹੀਂ ਹੋਇਆ। ਇੱਕ ਮੌਕਾ ਇੱਥੇ, ਪਰ ਉਹਦੇ ਅੱਗੇ ਇੱਕ ਹੋਰ ਰੋਗ ਸ਼ੁਰੂ ਹੁੰਦਾ ਹੈ, ਉਹਨੂੰ ਕਹਿੰਦੇ ਨੇ ਚਿਤਵਤ ਰਹਿਓ ਠਗੌਰ। ਫਿਰ ਅੰਦਰ ਚਿਤਵਣੀ ਚੱਲਦੀ ਬੜੀ ਤੇਜ਼, ਕਲਪਨਾ ਚੱਲਦੀ ਦਿਨ ਰਾਤ, ਕਿ ਜੋ ਕੁਝ ਇਹ ਗਲਤ ਹੋ ਗਿਆ, ਮੇਰੇ ਉਲਟ ਹੋਇਆ, ਇਹਨੂੰ ਮੈਂ ਸਿੱਧਾ ਕਰਕੇ ਛੱਡਣਾ ਹੈ, ਇਹਦਾ ਪਾਸਾ ਪਲਟ ਕੇ ਛੱਡਣਾ। ਬਸ ਇਹ ਪਾਸਾ ਪਲਟਦਿਆਂ ਪਲਟਦਿਆਂ ਫਿਰ ਪਾਸਾ ਉਹ ਹੀ ਪਲਟਦਾ ਜਿਹੜਾ ਫੱਟੇ 'ਤੇ ਪਲਟਦੇ ਨੇ, ਉੱਥੇ ਪਾਸਾ ਪਲਟ ਦਿੰਦੇ ਨੇ, ਕਿਉਂਕਿ ਇਹ ਪਾਸਾ ਨਹੀਂ ਪਲਟਦਾ। ਇਹਨੂੰ ਕਹਿੰਦੇ ਨੇ ਕੀਤਾ ਕਰਨਾ ਸਰਬ ਰਜਾਈ, ਕਿਛ ਕੀਚੈ ਜੇ ਕਰ ਸਕੀਐ। ਆਪਣਾ ਕੀਤਾ ਕਿਛੂ ਨਾ ਹੋਵੈ, ਜਿਉ ਹਰ ਭਾਵੈ ਤਿਉ ਰਖੀਐ। ਮੇਰੇ ਹਰ ਜੀਓ ਸਭ ਕੋ ਤੇਰਾ ਬਸ, ਅਸਾਂ ਜ਼ੋਰ ਨਾਹੀ ਜੇ ਕਿਛ ਕਰ ਹਮ ਸਕੈ, ਜਿਉ ਭਾਵੈ ਤਿਵੈ ਬਖਸ਼। ਇਹ ਇੱਕ ਜੀਵਨ ਦਿੱਤਾ, ਜੀਵਨ ਜਾਚ ਦਿੱਤੀ, ਚਿਤਵਤ ਰਹਿਓ ਠਗੌਰ। ਇਸ ਤਰ੍ਹਾਂ ਚਿਤਵਤੀ ਕਰਦਾ ਕਰਦਾ, ਠਗੌਰ ਦਾ ਅਰਥ ਹੈ ਉਹ ਠੱਗ ਜਿਹਦੇ ਹੱਥ ਵਿੱਚ ਕਿਸੇ ਦੇ ਨੱਕ ਵਿੱਚ ਸੁਗੰਧੀ ਪਾ ਕੇ ਠੱਗਣ ਵਾਸਤੇ ਬੂਟੀ ਹੁੰਦੀ। ਕਹਿੰਦੇ ਬੰਦੇ ਕੋਲੋਂ ਜਦੋਂ ਜੋ ਕੁਝ ਉਹ ਚਾਹੁੰਦਾ ਨਹੀਂ ਹੁੰਦਾ, ਤੇ ਫਿਰ ਉਹ ਠੱਗ ਬਣ ਜਾਂਦਾ, ਫਿਰ ਭਰਮਾ ਕੇ ਉਹਨਾਂ ਚੀਜ਼ਾਂ ਨੂੰ ਵਾਪਸ ਪ੍ਰਾਪਤ ਕਰਨਾ ਚਾਹੁੰਦਾ, ਗਲਤ ਰਾਹ ਅਪਣਾਉਂਦਾ ਹੈ। ਤੇ ਇਸ ਤਰ੍ਹਾਂ ਕਰਦਿਆਂ ਕਰਦਿਆਂ ਫਾਂਸੀ ਗਲ ਪਰੀ, ਇੱਥੇ ਸੰਸਾਰ ਦੇ ਵਿੱਚ ਰਹਿੰਦੇ ਹੀ ਉਹਦੇ ਗਲ ਵਿੱਚ ਫਾਂਸੀ ਪੈ ਜਾਂਦੀ। ਔਰ ਇਹਦੇ ਤੋਂ ਬਚਣ ਦਾ ਉਪਦੇਸ਼ ਗੁਰੂ ਸਾਹਿਬ ਕਹਿ ਰਹੇ ਨੇ। ਗੁਰੂ ਤੋਂ ਸਿੱਖ ਕਿਵੇਂ ਜੀਵਨ ਵਿੱਚ ਜਿਉਣਾ ਹੈ, ਸੰਸਾਰ ਵਿੱਚ ਕਿਵੇਂ ਆਪਾਂ ਰਹਿਣਾ ਹੈ, ਗੁਰੂ ਤੇਗ ਬਹਾਦਰ ਸਾਹਿਬ ਇਹ ਸਾਰੇ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਸੋ ਇੰਨੀਆਂ ਬੇਨਤੀਆਂ ਪ੍ਰਵਾਨ, ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।